ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1372 ਤੇ 149 ਨੰਬਰ ਤੋਂ ਬਾਅਦ ਊਂਚ ਭਵਨ ਕਨ ਕਾਮਨੀ ਸਿਖਰ ਧਜਾ ਫਹਿਰਾਏ ਤਾਤੇ ਭਲੀ ਬਧੂਕਰੀ ਸੰਤ ਸੰਗ ਗੁਣ ਗਾਏ। ਊਂਚ ਪੰਜਾਬੀ ਕਹਿੰਦੇ ਨੇ ਉੱਚਾ, ਹਿੰਦੀ ਕਹਿੰਦੇ ਨੇ ਊਂਚਾ। ਜਿਹੜੇ ਊੜੇ ਨੂੰ ਔਂਕੜ ਹੁੰਦਾ ਫਿਰ ਉੱਚ ਪੰਜਾਬੀ ਦਾ ਬਣ ਜਾਣਾ ਸੀ। ਇਹ ਦਲੈਂਕਰ ਲੱਗੇ ਨੇ, ਹਿੰਦੀ ਦਾ ਸ਼ਬਦ ਹੈ ਅਤੇ ਹਿੰਦੀ ਜੀ ਦਾ ਉਚਾਰਨ ਹੈ ਊਂਚ। ਊਂਚ ਊਂਚਾ, ਪੰਜਾਬੀ 'ਚ ਉੱਚਾ। ਊਂਚ ਉੱਚਾ ਭਵਨ ਘਰ, ਕਨ ਕਾਮਨੀ। ਇਹ ਦੋ ਸ਼ਬਦਾਂ ਨੂੰ ਇਕੱਠਾ ਕੀਤਾ, ਕਨਕ ਅਤੇ ਕਾਮਨੀ। ਕਨਕ ਮੈਨੇ ਸੋਨਾ ਅਤੇ ਕਾਮਨੀ ਮੈਨੇ ਔਰਤ। ਕਨਕ ਕਾਮਨੀ ਨੂੰ ਜੇ ਇਕੱਠਾ ਕੀਤਾ ਤਾਂ ਇੱਕ ਕੱਕਾ ਵਿੱਚੋਂ ਖਤਮ ਹੋ ਗਿਆ, ਕਨ ਕਾਮਨੀ ਰਹੇ। ਅਰਥ ਹੈ ਕਨਕ ਕਾਮਨੀ। ਕਨਕ ਮੈਨੇ ਸੋਨਾ, ਕਾਮਨੀ ਮੈਨੇ ਔਰਤ। ਸਿਖਰ ਧਜਾ ਫਹਿਰਾਏ। ਧਜਾ ਹੁੰਦਾ ਝੰਡਾ, ਫਹਿਰਾਏ ਹੁੰਦਾ ਲਹਿਰਾਉਣਾ। ਸਿਖਰ ਨਾਲ ਸਭ ਤੋਂ ਉੱਪਰ ਕਿ ਬਹੁਤ ਉੱਚਾ ਘਰ ਹੋਵੇ, ਕੋਲ ਸੋਨਾ ਹੋਵੇ, ਔਰਤ ਹੋਵੇ, ਛੱਤ ਦੇ ਝੰਡੇ ਝੂਲ ਰਹੇ ਹੋਣ, ਤਾਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾਏ। ਹੁਣ ਜੋ ਕਈ ਵਾਰੀ ਬੰਦਾ ਬਹੁਤ ਅਮੀਰ ਹੋ ਜਾਂਦਾ, ਬਹੁਤ ਉੱਚੀ ਕੋਠੀ ਹੈ, ਦੂਜੀ ਤੀਜੀ ਮੰਜ਼ਿਲ ਵਾਲੀ ਹੈ, ਕੋਲ ਬਹੁਤ ਸੋਨਾ ਹੈ, ਔਰਤਾਂ ਨੇ, ਝੰਡੇ ਝੂਲ ਰਹੇ ਨੇ, ਮਨੁੱਖ 'ਚ ਹਉਮੈ ਆ ਜਾਂਦੀ ਹੈ। ਉਹ ਕਹਿੰਦਾ ਮੈਨੂੰ ਨਾਮ ਜਪਣ ਦੀ ਕੀ ਲੋੜ ਹੈ। ਆਮ ਲੋਕਾਂ ਦੀ ਸੋਚ ਇਹ ਹੈ ਵੀ ਜਿਨ੍ਹਾਂ ਕੋਲ ਚੀਜ਼ਾਂ ਘੱਟ ਨੇ, ਗਰੀਬ ਨੇ, ਉਹਨਾਂ ਨੂੰ ਭਜਨ ਬੰਦਗੀ ਦੀ ਲੋੜ ਹੈ, ਸਾਨੂੰ ਕੀ ਲੋੜ ਹੈ। ਉਹਨਾਂ ਨੂੰ ਗੁਰਦੁਆਰੇ ਮੰਦਿਰ ਜਾਣ ਦੀ ਲੋੜ ਹੈ, ਸਾਨੂੰ ਕੀ ਲੋੜ ਹੈ, ਸਾਡੇ ਕੋਲ ਤਾਂ ਪਹਿਲੇ ਹੀ ਸਭ ਕੁਛ ਹੈਗਾ, ਅਸੀਂ ਕੀ ਮੰਗਣਾ ਜਾ ਕੇ ਗੁਰੂ ਤੋਂ। ਇਸ ਲਈ ਕਹਿੰਦੇ ਇਹੋ ਜਿਹੇ ਬੰਦੇ ਨਾਲੋਂ ਤਾਂ ਤੇ ਉਸ ਨਾਲੋਂ ਭਲੀ ਮਧੂਕਰੀ। ਮਧੂਕਰੀ ਹੁੰਦਾ ਜਿਹੜਾ ਆਪਾਂ ਭਿੱਖਿਆ ਮੰਗਦੇ ਹਾਂ। ਘਰ 'ਚ ਗਏ, ਕਿਸੇ ਨੇ ਆਟਾ ਦਿੱਤਾ, ਕਿਸੇ ਨੇ ਰੋਟੀ ਦਿੱਤੀ, ਕਿਸੇ ਨੂੰ ਕੋਈ ਦਿੱਤਾ, ਭਿੱਖਿਆ ਨਹੀਂ, ਉਹਨੂੰ ਮਧੂਕਰੀ ਕਹਿੰਦੇ। ਸੰਤ ਸੰਗ ਗੁਣ ਗਾਏ। ਸੰਤਾਂ ਦੀ ਸੰਗਤ 'ਚ ਆ ਕੇ ਜਿਹੜਾ ਪ੍ਰਮਾਤਮਾ ਦੇ ਗੁਣ ਗਾਉਂਦਾ ਨਾ, ਉਹਨੂੰ ਤਾਂ ਭਿੱਖਿਆ ਮੰਗ ਕੇ ਖਾਣੀ ਵੀ ਠੀਕ ਹੈ। ਬਜਾਏ ਇਸ ਦੇ ਉੱਚੇ ਉੱਚੇ ਭਵਨ ਹੋਣ, ਸੋਨਾ ਹੋਵੇ, ਔਰਤ ਹੋਵੇ, ਝੰਡੇ ਫਹਿਰਾ ਰਹੇ ਹੋਣ, ਪਰ ਨਾਮ ਨਹੀਂ ਜਪਿਆ ਜਾ ਰਿਹਾ। ਉਹਦੇ ਨਾਲ ਜਿਹੜਾ ਸਤਸੰਗ 'ਚ ਆ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ, ਭਾਵੇਂ ਉਹਨੂੰ ਵਧੀਆ ਖਾਣ ਨੂੰ ਨਾ ਮਿਲੇ, ਭਿੱਖਿਆ ਮੰਗ ਕੇ ਹੀ ਗੁਜ਼ਾਰਾ ਕਰਨਾ ਪਵੇ, ਤਾਂ ਵੀ ਉਹ ਬੰਦਾ ਉਸ ਅਮੀਰ ਨਾਲੋਂ ਵਧੀਆ ਹੈ। ਕਿਉਂ ਵਧੀਆ? ਕਿਉਂਕਿ ਉਹ ਗੁਣ ਨਹੀਂ ਗਾਉਂਦਾ ਪ੍ਰਮਾਤਮਾ ਦੇ, ਇਹ ਪ੍ਰਮਾਤਮਾ ਦੇ ਗੁਣ ਗਾਉਂਦਾ। ਕਿਉਂਕਿ ਮਨੁੱਖਾ ਜੀਵਨ ਮਿਲੇ ਹੀ ਪ੍ਰਮਾਤਮਾ ਦੇ ਗੁਣ ਗਾਉਣ ਲਈ ਹੈ। ਭਾਵੇਂ ਅਮੀਰ ਹੋਈਏ ਚਾਹੇ ਗਰੀਬ ਹੋਈਏ, ਪ੍ਰਮਾਤਮਾ ਦੇ ਗੁਣ ਤੇ ਗਾਉਣੇ ਹੀ ਗਾਉਣੇ ਨੇ। ਉੱਥੇ ਤਾਂ ਗੱਲ ਹੀ ਇੱਕੋ ਪੁੱਛੀ ਜਾਂਦੀ, ਤੂੰ ਨਾਮ ਜਪਿਆ? ਇਹਨੇ ਜਪਿਆ ਨਹੀਂ ਹੁੰਦਾ, ਫਿਰ ਜਮਦੂਤ ਕੁੱਟਣ ਲੱਗ ਜਾਂਦੇ। ਹਾਂ, ਜੇ ਕਿਤੇ ਉੱਚਾ ਘਰ ਹੈ, ਸੋਨਾ ਹੈ, ਔਰਤ ਹੈ, ਫਿਰ ਜਿਹੜਾ ਅਮੀਰੀ ਦਾ ਝੰਡਾ ਝੁੱਲ ਰਿਹਾ ਛੱਤ 'ਤੇ, ਕਿਤੇ ਉਹ ਨਾਮ ਜਪੇ ਤਾਂ ਫਿਰ ਉਹਦਾ ਤਾਂ ਮੁਕਾਬਲਾ ਹੀ ਕੋਈ ਨਹੀਂ ਹੈ। ਪਰ ਕਹਿੰਦੇ ਬਹੁਤ ਅਮੀਰ ਜਿਹੜਾ ਬੰਦਾ ਹੈ ਉਹ ਨਾਮ ਨਹੀਂ ਜਪਦਾ,
ਤੇ ਜਿਹੜਾ ਸਤ ਸੰਗ 'ਚ ਆ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਹ ਭਾਵੇਂ ਭਿਖਾਰੀ ਕਿਉਂ ਨਹੀਂ, ਭਿੱਖਿਆ ਮੰਗ ਕੇ ਕਿਉਂ ਨਹੀਂ ਗੁਜ਼ਾਰਾ ਕਰੇ, ਤਾਂ ਵੀ ਭਲਾ ਹੈ, ਤਾਂ ਵੀ ਉਸ ਅਮੀਰ ਨਾਲੋਂ ਭਲਾ ਹੈ। ਸੋ ਕਹਿਣ ਦਾ ਭਾਵ ਹੈ, ਇੱਕ ਬੰਦਾ ਗਰੀਬ ਹੈ ਪਰ ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ, ਇੱਕ ਬੰਦਾ ਅਮੀਰ ਹੈ ਪਰ ਪਰਮਾਤਮਾ ਦੇ ਗੁਣ ਨਹੀਂ ਗਾਉਂਦਾ, ਉਸ ਅਮੀਰ ਨਾਲੋਂ ਪਰਮਾਤਮਾ ਦੀਆਂ ਨਜ਼ਰਾਂ 'ਚ ਗਰੀਬ ਕਿਤੇ ਅੱਛਾ ਹੈ। ਉਸ ਗਰੀਬ ਦਾ ਪਰਮਾਤਮਾ ਦੇ ਦਰ 'ਤੇ ਜਾ ਕੇ ਸਤਿਕਾਰ ਹੋਣਾ ਹੈ। ਅਮੀਰ ਨੂੰ ਹਉਮੈ ਹੈ, ਉਹ ਨਾਮ ਨਹੀਂ ਜਪਦਾ, ਉਹਨੂੰ ਜਿਹੜਾ ਸਜ਼ਾ ਮਿਲਣੀ। ਇਸ ਲਈ ਕਬੀਰ ਸਾਹਿਬ ਸਮਝਾਉਂਦੇ ਨੇ ਕਿ ਤੁਸੀਂ ਭਾਵੇਂ ਗਰੀਬ ਹੋ, ਪਰ ਜੇ ਤੁਸੀਂ ਨਾਮ ਜਪਦੇ ਹੋ ਨਾ, ਤੁਸੀਂ ਭਾਗਾਂ ਵਾਲੇ ਫਿਰ। ਵੈਸੇ ਤਾਂ ਨਾਮ ਜਪਣ ਵਾਲਾ ਗਰੀਬ ਹੁੰਦਾ ਹੀ ਨਹੀਂ, ਪਰ ਕਬੀਰ ਸਾਹਿਬ ਦੇ ਵੇਲੇ ਜਿਹੜੇ ਸਾਧੂ ਸਨ, ਉਹ ਆਮ ਤੌਰ 'ਤੇ ਘਰਾਂ 'ਚੋਂ ਮੰਗ ਕੇ ਲਿਆ ਕਰਦੇ ਸਨ, ਉਂਝ ਭਜਨ ਬੰਦਗੀ ਕਰਦੇ ਸਨ। ਵੈਸੇ ਭਜਨ ਬੰਦਗੀ ਕਰਦੇ ਜੰਗਲਾਂ 'ਚ ਬੈਠ ਕੇ, ਪਰ ਘਰਾਂ 'ਚੋਂ ਮੰਗ ਕੇ ਲਿਆਉਂਦੇ ਸਨ। ਇੱਕ ਅਮੀਰ ਹੈ, ਉਹ ਕੋਈ ਨਾਮ ਨਹੀਂ ਜਪ ਰਿਹਾ, ਦੂਜਾ ਗਰੀਬ ਹੈ, ਭਾਵੇਂ ਮੰਗ ਕੇ ਖਾ ਰਿਹਾ ਹੈ, ਫਿਰ ਵੀ ਉਸ ਅਮੀਰ ਨਾਲੋਂ ਭਲਾ ਹੈ। ਸੋ ਜਿਹੜੀ ਗੱਲ ਸਾਨੂੰ ਸਮਝਾਈ ਹੈ ਕਬੀਰ ਸਾਹਿਬ ਨੇ, ਉਹ ਆਹੀ ਹੈ ਕਿ ਭਾਈ ਨਾਮ ਜ਼ਰੂਰ ਜਪਣਾ। ਨਾਮ ਜਪਣ ਵਾਲੇ ਦਾ ਆਦਰ ਮਾਣ ਸਤਿਕਾਰ ਜਿਹੜਾ ਹੈ, ਉਹ ਅਮੀਰ ਤੋਂ ਵੀ ਕਿਤੇ ਵੱਧ ਹੁੰਦਾ ਹੈ ਪਰਮਾਤਮਾ ਦਰ 'ਤੇ। ਅਤੇ ਵੈਸੇ ਮੈਂ ਦੇਖਿਆ ਨਾਮ ਜਪਣ ਵਾਲਾ ਗਰੀਬ ਹੁੰਦਾ ਹੀ ਨਹੀਂ। ਨਾਮ ਨੇ ਤਾਂ ਸਾਨੂੰ ਅਮੀਰ ਕਰ ਦੇਣਾ ਹੈ। ਨਾਮ ਜਪਣ ਵਾਲਾ ਗਰੀਬ ਨਹੀਂ ਹੋਇਆ ਕਰਦਾ। ਹੁਣ ਕਿੰਨੇ ਮੇਰੇ ਕੋਲ ਆਉਂਦੇ ਨੇ ਜੀ, ਸਾਨੂੰ ਕੋਈ ਨੌਕਰੀ ਨਹੀਂ ਮਿਲਦੀ ਜੀ, ਅਸੀਂ ਵਿਹਲੇ ਹਾਂ ਜੀ, ਅਸੀਂ ਗਰੀਬ ਹਾਂ ਜੀ, ਸਾਡਾ ਬਿਜ਼ਨਸ ਨਹੀਂ ਚੱਲ ਰਿਹਾ ਜੀ, ਸਾਡਾ ਕੋਈ ਕੰਮ ਨਹੀਂ ਸਾਨੂੰ ਮਿਲ ਰਿਹਾ ਜੀ। ਉਹਨੂੰ ਫਿਰ ਬਾਣੀ ਦੇ ਦਈਏ, ਬਾਣੀ ਪੜ੍ਹ। ਜਦੋਂ ਨਾ ਬਾਣੀ ਪੜ੍ਹੀ, ਨਾਮ ਜਪਿਆ, ਉਹਨਾਂ ਰੋਜ਼ਗਾਰ ਮਿਲ ਗਿਆ, ਆਪੇ ਅਮੀਰ ਹੋਣਾ ਸ਼ੁਰੂ ਕਿ ਨਹੀਂ। ਇਸ ਲਈ ਨਾਮ ਜਪਣ ਵਾਲਾ ਗਰੀਬ ਨਹੀਂ ਹੋਇਆ ਕਰਦਾ। ਇਹ ਤਾਂ ਲੋਕ ਨਾਮ ਜਪਦੇ ਹੀ ਨਹੀਂ। ਸਮੱਸਿਆ ਤਾਂ ਆਹ ਹੈ, ਬਹੁਤ ਘੱਟ ਨੇ ਜਿਹੜੇ ਸ਼ੌਕ ਨਾਲ ਚਲੀਹਾ ਕਰਦੇ ਨੇ, ਨਹੀਂ ਤਾਂ ਕਈ ਆਪ ਕਰਦੇ ਹੀ ਨਹੀਂ। ਆਪਣੀ ਭੈਣ ਜਾਂ ਆਪਣੀ ਮਾਂ ਦੀ ਡਿਊਟੀ ਹੈ ਵੀ ਮੇਰੀ ਥਾਂ 'ਤੇ ਤੂੰ ਪਾਠ ਕਰ। ਕੀ ਫਿਰ ਪਰਮਾਤਮਾ ਨੂੰ ਪਤਾ ਨਹੀਂ ਵੀ ਇਹ ਆਪਣੇ ਭਲੇ ਲਈ ਵੀ ਆਪ ਪਾਠ ਕਰਨ ਲਈ ਤਿਆਰ ਨਹੀਂ ਹੈਗਾ, ਵੀ ਕੋਈ ਕਰੇ ਜੀ। ਜਿਸ ਗੱਲ 'ਚ ਆਪਣਾ ਭਲਾ ਹੈ ਉਹ ਤਾਂ ਆਪ ਕਰਨਾ ਚਾਹੀਦਾ। ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਆਪਣਾ ਕਾਰਜ ਆਪ ਸਵਾਰਨਾ ਚਾਹੀਦਾ ਹੈ। ਦੂਜਾ ਤਾਂ ਸਿਰਫ ਗਾਈਡ ਕਰਦਾ, ਮੈਂ ਤਾਂ ਸਿਰਫ ਪਾਠ ਦੇਣਾ। ਹੁਣ ਪਾਠ ਕਰਨ ਵਾਲਾ ਪਾਠ ਨਹੀਂ ਕਰ ਰਿਹਾ, ਠੂੰ ਠੱਪ ਕਰ ਰਿਹਾ, ਅੰਦਰ ਸ਼ਰਧਾ ਭਾਵਨਾ ਵਿਸ਼ਵਾਸ ਨਹੀਂ ਹੈ। ਜਿਵੇਂ ਪਾਠ ਦੇਣਾ ਕਿ ਪੁੱਛਣਗੇ ਜੀ ਕੰਮ ਹੋ ਜਾਏਗਾ, ਮੈਂ ਪਹਿਲੇ ਤੂੰ ਪਾਠ ਤੇ ਕਰ। ਡਾਕਟਰ ਦਵਾਈ ਦਿੰਦਾ ਹੈ, ਉਹ ਦਵਾਈ ਕਾਹਦੇ ਲਈ ਦਿੰਦਾ? ਤੁਹਾਨੂੰ ਤੰਦਰੁਸਤ ਕਰਨ ਲਈ ਦਿੰਦਾ, ਅਤੇ ਤੁਸੀਂ ਉਲਟਾ ਜੀ ਮੈਂ ਤੰਦਰੁਸਤ ਹੋ ਜਾਵਾਂਗਾ। ਅਲੱਗ ਕਹਿੰਦਾ ਪਹਿਲਾਂ ਦਵਾਈ ਤੇ ਖਾ। ਤੈਨੂੰ ਦਵਾਈ ਦਿੱਤੀ ਹੈ, ਜਿੰਨੇ ਦਿਨ ਉਹਨੇ ਦਿਨ ਖਾ, ਨਾ ਤੈਨੂੰ ਕੋਈ ਫਰਕ ਪਿਆ ਫਿਰ ਆ ਜੀ। ਸੋ ਇਸ ਲਈ ਇਹ ਮਨੁੱਖ ਜਿਹੜਾ ਹੈ ਆਪਣੇ ਭਲੇ ਲਈ ਵੀ ਭਜਨ ਬੰਦਗੀ ਕਰਨ ਨੂੰ ਤਿਆਰ ਨਹੀਂ ਹੈਗਾ, ਧੱਕੇ ਖਾਣ ਨੂੰ ਤਿਆਰ ਹੈ। ਖਾਈ ਜਾ ਬਈ। ਇਹਨੂੰ ਬਹੁਤ ਵੱਡਾ ਭੁਲੇਖਾ ਹੈ ਕਿ ਫਲਾਣੇ ਦੇਸ਼ ਜਾ ਕੇ ਪਤਾ ਮੈਂ ਸੁਖੀ ਹੋ ਜਾਵਾਂਗਾ ਜਾਂ ਅਮੀਰ ਹੋ ਜਾਵਾਂਗਾ। ਉਹ ਭਲਿਆ ਮਾਨਸਾ, ਤੂੰ ਜਿੱਥੇ ਮਰਜ਼ੀ ਚਲੇ ਜਾ, ਤੇਰੇ ਕਰਮ ਤੇ ਤੇਰੇ ਨਾਲ ਹੀ ਜਾਣੇ ਨਾ। ਜੇ ਤੇਰੇ ਭਾਗਾਂ 'ਚ ਬਦਕਿਸਮਤੀ ਲਿਖੀ ਹੋਈ ਹੈ, ਤੂੰ ਜਿੱਥੇ ਆਸਟ੍ਰੇਲੀਆ ਚਲੇ ਜਾ, ਅਮਰੀਕਾ ਚਲੇ ਜਾ, ਕੈਨੇਡਾ, ਜਿੱਥੇ ਬੜੇ ਉੱਥੇ ਤੂੰ ਬਦਕਿਸਮਤ ਹੀ ਰਹੇਗਾ।
ਹਾਂ ਜੇ ਤੇਰੀ ਖੁਸ਼ਕਿਸਮਤੀ ਹੈ ਤਾਂ ਫਿਰ ਜਿੱਥੇ ਮਰਜ਼ੀ ਚਲੇ ਜਾ, ਉੱਥੇ ਖੁਸ਼ਮਤ ਰਹੇਗਾ, ਕਿਉਂਕਿ ਕਰਮ ਤੇ ਨਾਲ ਹੀ ਜਾਣੇ ਨੇ। ਸਿਆਣਪ ਇਹ ਹੈ ਕਿ ਆਪਣੇ ਕਰਮਾਂ ਨੂੰ ਬਦਲ ਲਓ। ਮੈਂ ਛੋਟਾ ਹੁੰਦਾ ਸੀ, ਦੂਜੀ ਤੀਜੀ ਕਿਤੇ ਪੜ੍ਹ ਰਿਹਾ ਸੀ, ਪੰਜਾਬੀ ਦੀ ਕਿਤਾਬ ਬੇਬੇ ਜੀ ਕੋਲ ਸਨ ਬੈਠੇ, ਉੱਥੇ ਆ ਕੇ ਜਿਹੜਾ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ। ਮੈਨੂੰ ਯਾਦ ਹੈ ਕਿ ਬੇਬੇ ਤਾਂ ਲਾਹੌਰ ਦੇ ਨੇੜੇ ਦੀ ਸੀ, ਪਤਾ ਕਰਦਾ ਮੈਂ, ਬੇਬੇ ਆਇਆ ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ, ਕੀ ਮਤਲਬ ਹੈ? ਕਹਿੰਦੇ ਪੁੱਤ, ਬੰਦਾ ਕਿਤੇ ਚਲਿਆ ਜਾਏ ਉਹਦੀ ਕਿਸਮਤ ਦੇ ਨਾਲ ਹੀ ਜਾਂਦੀ ਹੈ। ਕਹਿੰਦਾ ਮੈਂ ਤੈਨੂੰ ਕੁਛ ਸੁਣਾਉਂਦੀ ਹਾਂ। ਕਹਿੰਦੇ ਮੇਰਾ ਵਿਆਹ ਹੋ ਗਿਆ, ਪਾਕਿਸਤਾਨ 'ਚ ਕਹਾਵਤ ਸੀ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮੇ ਹੀ ਨਹੀਂ, ਅਤੇ ਲਾਹੌਰ ਆਪਣੇ ਤੋਂ ਕਹਿੰਦੇ 20 ਕੋਹ ਦੂਰ ਸੀ, 30 ਕਿਲੋਮੀਟਰ ਤਕਰੀਬਨ। ਚਲੋ ਕਹਿੰਦੇ ਅਸੀਂ, ਮੈਂ ਅਤੇ ਤੇਰੇ ਪਿਤਾ ਜੀ ਲਾਹੌਰ ਚਲੇ ਗਏ। 2 ਵਜੇ ਤੱਕ ਅਸੀਂ ਸ਼ਹਿਰ ਵੇਖਦੇ ਰਹੇ, ਫਿਰ ਥੱਕ ਗਏ ਅਤੇ ਕੁਛ ਭੁੱਖ ਵੀ ਲੱਗ ਗਈ। ਉਦੋਂ ਚਾਹਾਂ ਨਹੀਂ ਸੀ ਹੁੰਦੀਆਂ, ਦੁੱਧ ਹੁੰਦੇ ਸਨ। ਅਸੀਂ ਦੇਖਿਆ 2 ਦੁਕਾਨਾਂ ਸਨ ਦੁੱਧ ਦੀਆਂ, ਇੱਕ ਤਾਂ ਭੀੜ ਸੀ, ਇੱਕ ਤਾਂ ਕੋਈ ਨਹੀਂ ਸੀ। ਅਸੀਂ ਕਿਹਾ ਚਲੋ ਇਹਦੇ ਜਾਂਦੇ। ਅਸੀਂ ਜਾ ਕੇ ਉਹਦੇ ਬੈਠ ਗਏ। ਅਸੀਂ ਕਿਹਾ ਭਾਈ ਸਾਨੂੰ ਦੁੱਧ ਪਿਲਾ ਦੇ 1 ਗਲਾਸ। ਉਹਨੇ ਦੁੱਧ ਬਣਾ ਤਾ ਬੈਠਾ, ਉਹ ਗਰਮ ਸੀ। ਅਸੀਂ ਹੌਲੀ ਹੌਲੀ ਪੀਂਦੇ ਰਹੇ। ਅੱਧਾ ਘੰਟਾ ਸਾਨੂੰ ਲੱਗਿਆ, ਦੁੱਧ ਪੀ ਹਟੇ ਅਤੇ ਮੈਂ ਉਹਨੂੰ ਕਿਹਾ ਵੇ ਵੀਰਾ, ਅੱਧੇ ਘੰਟੇ ਸਾਡੇ ਤੋਂ ਬਿਨਾਂ ਹੋਰ ਕੋਈ ਗਾਹਕ ਤੇਰੀ ਦੁਕਾਨ 'ਤੇ ਆਏ ਹੀ ਨਹੀਂ। ਆਹ ਨਾਲ ਦੁਕਾਨ 'ਤੇ ਕਿੰਨੇ ਗਾਹਕ ਨੇ? ਉਹ ਕਹਿੰਦਾ ਭੈਣ ਜੀ, ਆਪਣੀ ਆਪਣੀ ਕਿਸਮਤ ਹੁੰਦੀ ਹੈ। ਕਹਿੰਦੇ ਅਸੀਂ ਦੋਨੋਂ ਸਕੇ ਭਰਾ ਹਾਂ, ਨਾਲ ਹੀ ਦੁਕਾਨ ਵਾਲਾ ਮੇਰਾ ਭਰਾ ਸਕਾ, ਅਸੀਂ ਦੋਨੋਂ ਸਕੇ ਭਰਾ ਹਾਂ। ਸਾਡੇ ਪਿਤਾ ਨੇ ਸਾਨੂੰ ਇੱਕ ਇੱਕ ਦੁਕਾਨ ਪਾ ਕੇ ਦਿੱਤੀ ਹੈ। ਦੇਖੋ ਇੱਕੋ ਜਿਹੀ ਨਹੀਂ ਦੋਨੋਂ ਦੁਕਾਨਾਂ। ਕਹਿੰਦੇ ਮੈਂ ਕਿਹਾ ਹਾਂ। ਕਹਿੰਦੇ ਦੇਖੋ ਜੋ ਮੇਜ਼ ਕੁਰਸੀਆਂ ਉਸਦੇ ਨੇ ਉਹੀ ਮੇਜ਼ ਕੁਰਸੀਆਂ ਮੇਰੇ ਕੋਲ ਨੇ। ਪਿਤਾ ਨੇ ਜੋ ਉਹਨੂੰ ਮੇਜ਼ ਕੁਰਸੀਆਂ ਲੈ ਦਿੱਤੀ ਮੈਨੂੰ ਵੀ ਲੈ ਕੇ ਦਿੱਤੀਆਂ। ਜੋ ਬਰਤਨ ਉਹਦੇ ਕੋਲ ਨੇ ਉਹੀ ਬਰਤਨ ਮੇਰੇ ਕੋਲ ਨੇ। ਔਰ ਜਿਸ ਦੋਧੀ ਤੋਂ ਉਹ ਦੁੱਧ ਲੈਂਦਾ ਉਸੇ ਦੋਧੀ ਤੋਂ ਮੈਂ ਦੁੱਧ ਲੈਣਾ। ਇੱਕ ਤਾਂ ਹੁੰਦਾ ਹਾਂਜੀ ਉਹਦਾ ਦੁੱਧ ਗਾੜਾ ਹੈ, ਮੇਰਾ ਪਤਲਾ। ਇੱਕੋ ਹੀ ਦੋਧੀ ਤੋਂ ਅਸੀਂ ਦੋਨੋਂ ਦੁੱਧ ਲੈਂਦੇ। ਪਰ ਭੈਣੇ ਆਪਣੀ ਆਪਣੀ ਕਿਸਮਤ ਹੁੰਦੀ ਹੈ। ਦੇਖੋ ਦੇ ਕਿੰਨੇ ਗਾਹਕ ਨੇ, ਮੇਰੇ ਕੋਈ ਤੁਹਾਡੇ ਤੋਂ ਬਿਨਾਂ ਕੋਈ ਆਇਆ ਨਹੀਂ ਹੈ। ਕਹਿੰਦੀ ਸੀ ਲਈ ਪੁੱਤ, ਕਰਮ ਨਾਲ ਹੀ ਜਾਂਦੇ ਨੇ। ਥਾਵਾਂ ਬਦਲਣਾ ਕਰਮ ਨਹੀਂ ਬਦਲਿਆ ਕਰਦੇ। ਕਰਮ ਮਨੁੱਖ ਦੇ ਕਿਤੇ ਵੀ ਜਾਵੇ ਨਾਲ ਹੀ ਜਾਂਦੇ ਨੇ। ਹੁਣ ਸਵਾਲ ਪੈਦਾ ਹੁੰਦਾ ਹੈ ਵੀ ਕੀਤਾ ਕੀ ਜਾਵੇ? ਗੁਰਬਾਣੀ ਕਹਿੰਦੀ ਹੈ ਤੁਸੀਂ ਨਾਮ ਜਪ ਕੇ ਬਾਣੀ ਪੜ੍ਹ ਕੇ ਆਪਣੇ ਕਰਮ ਬਦਲ ਸਕਦੇ ਹੋ। ਆਪਣੀ ਬਦਕਿਸਮਤੀ ਨੂੰ ਖੁਸ਼ਕਿਸਮਤੀ ਵਿੱਚ ਬਦਲ ਸਕਦੇ ਹੋ। ਕਈ ਵਾਰੀ ਤੁਹਾਡੇ ਭਾਗਾਂ 'ਚ ਕੋਈ ਚੀਜ਼ ਹੁੰਦੀ ਹੈ ਪਰ ਤੁਹਾਡੇ ਭਾਗ ਖੁੱਲ੍ਹੇ ਨਹੀਂ ਹੁੰਦੇ, ਭਾਗ ਬੰਦ ਹੁੰਦੇ ਨੇ। ਇਹ ਜਗਾਉਣੇ ਪੈਂਦੇ ਨੇ। ਇਹ ਬਾਣੀ ਅਤੇ ਨਾਮ ਨਾਲ ਜਾਗਦੇ ਨੇ। ਇਸ ਲਈ ਤੁਸੀਂ ਜਿੱਥੇ ਵੀ ਹੋ ਬਾਣੀ ਪੜ੍ਹੋ, ਨਾਮ ਜਪੋ ਡਟ ਕੇ, ਤੁਹਾਡੀ ਕਿਸਮਤ ਬਦਲ ਜਾਏਗੀ। ਜੋ ਤੁਸੀਂ ਕਿਸਮਤ ਬਦਲ ਜਾਏ ਤੁਸੀਂ ਖੁਸ਼ਕਿਸਮਤ ਹੋ ਜਾਓਗੇ। ਫਿਰ ਜਿੱਥੇ ਵੀ ਹੋਗੇ ਉੱਥੇ ਦਾਤਾ ਭਾਗ ਲਾ ਦੇਗਾ, ਉੱਥੇ ਲਾ ਦੇਗਾ। ਮੇਰਾ ਕਹਿਣ ਦਾ ਕੋਈ ਇਹ ਮਤਲਬ ਨਹੀਂ ਕਿ ਤੁਸੀਂ ਬਾਹਰਲੇ ਦੇਸ਼ਾਂ ਨੂੰ ਨਾ ਜਾਓ। ਉਹ ਤਾਂ ਦੂਸਰੇ ਪਾਤਸ਼ਾਹ ਕਹਿੰਦੇ ਬਾਣੀ 'ਚ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਹ ਤਾਂ ਜਿੱਥੋਂ ਦਾ ਸਾਡਾ ਦਾਣਾ ਪਾਣੀ ਲਿਖਿਆ ਹੁੰਦਾ ਅਸੀਂ ਉੱਥੇ ਜਾਂਦੇ ਹਾਂ। ਇਹ ਤਾਂ ਦਾਣਾ ਪਾਣੀ ਸਾਨੂੰ ਲੈ ਕੇ ਜਾਂਦਾ, ਬਾਕੀ ਕਿਸਮਤ ਦੇ ਨਾਲ ਹੀ ਜਾਣੀ ਹੈ। ਸੋ ਸਿਆਣਪ ਜਿਹੜੀ ਹੈ ਉਹ ਇਹੀ ਹੈ ਕਿ ਤੁਸੀਂ ਜਿੱਥੇ ਵੀ ਹੋ ਆਪਣੀ ਕਿਸਮਤ ਬਦਲ ਲਓ।
ਇਹ ਨਹੀਂ ਕਿ ਕੋਈ ਜਿਹੜਾ ਪ੍ਰਬੰਧ ਨਹੀਂ ਕੀਤਾ ਪਰਮਾਤਮਾ ਨੇ। ਪਰਮਾਤਮਾ ਨੂੰ ਪਤਾ ਸੀ ਕਿ ਮੈਂ ਕਿਸਮਤ ਇਹਨਾਂ ਦੀ ਲਿਖੀਆਂ ਦੇ ਮਗਰਲੇ ਕਰਮ ਵੇਖ ਕੇ, ਇਹਨਾਂ ਦੇ ਪਿਛਲੇ ਕਰਮ ਚੰਗੇ ਨਹੀਂ ਸਨ, ਇਹਨਾਂ ਦੀ ਮੈਂ ਬਦ ਕਿਸਮਤੀ ਲਿਖਤੀ, ਪਰ ਹੈਣ ਤਾਂ ਮੇਰੇ ਹੀ ਬੱਚੇ, ਇਹਨਾਂ ਨੂੰ ਕਦੇ ਵੀ ਸੋਝੀ ਆ ਸਕਦੀ ਹੈ, ਇਹ ਤਰਲੇ ਬਿੰਨਤ ਕਰ ਸਕਦੇ ਨੇ। ਫਿਰ ਬਾਣੀ ਰਾਹੀਂ ਪਰਮਾਤਮਾ ਨੇ ਕਿਹਾ ਕਿ ਮੈਂ ਸੰਸਾਰ 'ਤੇ ਗੁਰੂ ਭੇਜਾਂਗਾ, ਸਾਧੂ ਸੰਤ ਮਹਾਤਮਾ ਭੇਜਾਂਗਾ, ਉਹ ਮੇਰੀ ਲਿਖਤ ਨੂੰ ਬਦਲ ਸਕਦੇ ਹਨ। ਸਾਡਾ ਗੁਰੂ ਹੁਣ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਅਸੀਂ ਬਾਣੀ ਪੜ੍ਹ ਕੇ ਆਪਣੀ ਕਿਸਮਤ ਬਦਲ ਲੈਣੀ ਹੈ। ਨਾਮ ਜਪ ਜਾ ਕੇ ਬਦਲ ਲਓ, ਚਾਹੇ ਬਾਣੀ ਪੜ੍ਹ ਕੇ ਵੀ ਬਦਲ ਲਓ। ਇਸ ਲਈ ਕਬੀਰ ਸਾਹਿਬ ਕਹਿੰਦੇ, ਉਸ ਅਮੀਰ ਨਾਲੋਂ ਜਿਹਦਾ ਬਹੁਤ ਉੱਚਾ ਘਰ ਹੈ, ਜਿਹਦੇ ਕੋਲ ਸੋਨਾ ਹੈ, ਸੁੰਦਰ ਔਰਤ ਹੈ, ਜਿਹਦੀ ਛੱਤ 'ਤੇ ਝੰਡਾ ਝੁੱਲ ਰਿਹਾ ਹੈ। ਪੁਰਾਣੇ ਜ਼ਮਾਨੇ ਜਿਹੜੇ ਬਹੁਤ ਅਮੀਰ ਸਨ, ਉਹਨਾਂ ਛੱਤਾਂ ਝੰਡੇ ਝੁੱਲਦੇ, ਲੋਕਾਂ ਨੂੰ ਦੂਰੋਂ ਪਤਾ ਲੱਗੇ ਵੀ ਬਹੁਤ ਅਮੀਰ ਹੈ, ਬਹੁਤ ਅਮੀਰ ਹੈ, ਝੰਡਾ ਝੁੱਲਦਾ ਹੋਵੇ। ਪਰ ਜੋ ਨਾਮ ਨਹੀਂ ਜਪਦਾ ਤਾਂ ਉਸ ਦੇ ਨਾਲੋਂ ਜਿਹੜਾ ਸਤ ਸੰਗਤ 'ਚ ਆ ਕੇ ਪਰਮਾਤਮਾ ਦੇ ਗੁਣ ਗਾਉਂਦਾ ਨਾ, ਉਹ ਚਾਹੇ ਭਿੱਖਿਆ ਮੰਗ ਕੇ ਉਹਨਾਂ ਗੁਜ਼ਾਰਾ ਕਰਨਾ ਪਏ, ਉਹ ਗਰੀਬ ਉਸ ਅਮੀਰ ਨਾਲੋਂ ਚੰਗਾ, ਕਿਉਂਕਿ ਨਾਮ ਜਪਦਾ, ਕਿਉਂਕਿ ਨਾਮ ਜਪਦਾ। ਅਸੀਂ ਤੁਸੀਂ ਕਹੀਏ ਹੋਰ ਗੱਲ ਹੁੰਦੀ, ਕੋਈ ਮੰਨੇ ਨਾ ਮੰਨੇ। ਹੁਣ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹੋਇਆ ਹੈ, ਅਤੇ ਹਰ ਇੱਕ ਸਿੱਖ ਦਾ ਫਰਜ਼ ਬਣਦਾ ਕਿ ਜੋ ਗੁਰੂ ਗ੍ਰੰਥ 'ਚ ਲਿਖਿਆ ਉਸ 'ਤੇ ਵਿਸ਼ਵਾਸ ਲਿਆਵੇ, ਕਿਉਂਕਿ ਜਿਹੜਾ ਧਰਮ ਹੈ ਅਤੇ ਸ਼ਰਧਾ 'ਤੇ ਖੜ੍ਹਾ, ਇਹ ਤਰਕ 'ਤੇ ਨਹੀਂ ਖੜ੍ਹਾ, ਇਹ ਦਲੀਲਬਾਜ਼ੀ 'ਤੇ ਨਹੀਂ ਖੜ੍ਹਾ, ਇਹ ਤਾਂ ਸ਼ਰਧਾ 'ਤੇ ਖੜ੍ਹਾ। ਸਾਇੰਸ ਸ਼ਰਧਾ 'ਤੇ ਨਹੀਂ ਖੜ੍ਹੀ, ਸਾਇੰਸ ਸ਼ਰਧਾ ਨੂੰ ਨਹੀਂ ਮੰਨਦੀ, ਸਾਇੰਸ ਤਰਕ 'ਤੇ ਖੜ੍ਹੀ ਹੈ। ਸਾਇੰਸ ਦਾ ਆਧਾਰ ਤਰਕ ਹੈ, ਪਰ ਧਰਮ ਦਾ ਆਧਾਰ ਸ਼ਰਧਾ ਹੈ। ਜੋ ਸ਼ਰਧਾ ਕਰ ਸੇਮ ਦੇ, ਗੁਰ ਪਾਰ ਉਤਾਰਨਹਾਰ। ਸਿਮਰਨ ਵੀ ਕਰਨਾ, ਜੋ ਸੇਵਾ ਵੀ ਕਰਨੀ ਹੈ, ਸ਼ਰਧਾ ਭਾਵਨਾ ਰੱਖ ਕੇ ਕਰਨੀ, ਤਾਂ ਪਾਰ ਉਤਾਰ ਆਉਂਦਾ। ਸ਼ਰਧਾ ਹੈ ਨਹੀਂ, ਬੱਝਿਆ ਰੁੱਝਿਆ ਸੇਵਾ ਕਰਦਾ, ਉਹ ਪ੍ਰਵਾਨ ਨਹੀਂ ਹੁੰਦੇ, ਉਹ ਪ੍ਰਵਾਨ ਨਹੀਂ ਹੁੰਦੇ। ਇਸ ਲਈ ਧਰਮ ਸ਼ਰਧਾ ਭਾਵਨਾ 'ਤੇ ਖੜ੍ਹਾ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਪਾਟਣ 'ਤੇ ਊਜਰ ਭਲਾ, ਰਾਮ ਭਗਤ ਜਿਹ ਠਾਏ, ਰਾਮ ਸਨੇਹੀ ਬਾਹਰਾ, ਜੰਪੁਰ ਮੇਰੇ ਭਾਏ। ਪਾਟਣ, ਪਟਨ ਸ਼ਹਿਰ ਨੂੰ ਕਹਿੰਦੇ ਨੇ, ਊਜਰ ਉਜਾੜ, ਬੀਆਬਾਨ। ਕਬੀਰ ਪਾਟਣ 'ਤੇ ਊਜਰ ਭਲਾ, ਰਾਮ ਭਗਤ ਜਿਹ ਠਾਏ। ਜਿਸ ਥਾਂ 'ਤੇ ਪਰਮਾਤਮਾ ਦਾ ਭਗਤ ਵਸਦਾ ਹੈ, ਭਾਵੇਂ ਉਹ ਉਜਾੜ 'ਚ ਵਸਦਾ, ਉਹ ਸ਼ਹਿਰ ਨਾਲੋਂ ਵਧੀਆ। ਸ਼ਹਿਰ ਨਾਲੋਂ ਉਹ ਉਜਾੜ ਥਾਂ ਵਧੀਆ, ਜਿੱਥੇ ਕੋਈ ਪਰਮਾਤਮਾ ਦਾ ਭਗਤ ਬੈਠ ਕੇ ਭਜਨ ਬੰਦਗੀ ਕਰ। ਕਿਉਂ? ਉਹ ਧਰਤੀ ਪਵਿੱਤਰ ਹੋ ਗਈ, ਉਹ ਧਰਤੀ ਪਵਿੱਤਰ ਹੋ ਗਈ। ਜਿੱਥੇ ਬਾਬਾ ਪੈਰ ਧਰੈ, ਪੂਜਾ ਆਸਣ ਥਾਪਣ ਸੋਆ। ਜਿੱਥੇ ਕੋਈ ਸੰਤ ਮਹਾਤਮਾ ਗੁਰੂ ਮਹਾਰਾਜ ਆਪਣੇ ਚਰਨ ਰੱਖਦੇ ਨੇ, ਧਰਤੀ ਪਵਿੱਤਰ ਹੁੰਦੀ, ਪੂਜਣ ਯੋਗ ਹੋ ਜਾਂਦੀ। ਕਹਿੰਦੇ ਰਾਮ ਭਗਤ ਜਿਹ ਠਾਏ, ਜਿਸ ਥਾਂ 'ਤੇ ਪਰਮਾਤਮਾ ਦੇ ਭਗਤ ਵਸਦੇ ਹਨ, ਉਹ ਉਜਾੜ ਥਾਂ ਵੀ ਸ਼ਹਿਰ ਨਾਲੋਂ ਵਧੀਆ ਹੈ। ਕਬੀਰ ਪਾਟਣ 'ਤੇ ਊਜਰ ਭਲਾ। ਪਾਟਣ ਸ਼ਹਿਰ, ਊਜਰ ਮਨੇ ਉਜਾੜ, ਉਜਾੜ ਵਾਲੀ ਥਾਂ। ਸ਼ਹਿਰ ਨਾਲੋਂ ਉਹ ਉਜਾੜ ਚੰਗੀ ਹੈ ਜਿੱਥੇ ਪਰਮਾਤਮਾ ਦੇ ਭਗਤ ਠਹਿਰੇ ਹੋਏ ਹਨ। ਸ਼ਿਵ ਜੀ ਪਾਰਵਤੀ ਇੱਕ ਵਾਰੀ ਆਕਾਸ਼ ਜਾ ਰਹੇ, ਸ਼ਿਵ ਜੀ ਮਹਾਰਾਜ ਆਪਣਾ ਉੱਡਣ ਖਟੋਲਾ ਹੇਠਾਂ ਉਤਾਰਿਆ। ਪਾਰਵਤੀ ਨੂੰ ਕਹਿੰਦੇ, ਪਾਰਵਤੀ ਤੂੰ ਬੈਠ, ਮੈਂ ਆਇਆ। ਥੋੜ੍ਹੀ ਦੂਰ ਜਾ ਕੇ ਸ਼ਿਵ ਜੀ ਨੇ ਧਰਤੀ ਨੂੰ ਮੱਥਾ ਟੇਕਿਆ ਅਤੇ ਵਾਪਸ ਆ ਗਏ। ਪਾਰਵਤੀ ਕਹਿੰਦੇ, ਸੁਆਮੀ ਜੀ, ਜਿੱਥੇ ਤੁਸੀਂ ਮੱਥਾ ਟੇਕ ਕੇ ਉੱਥੇ ਕੋਈ ਸਾਧੂ 'ਤੇ ਬੈਠਾ ਨਹੀਂ ਸੀ,
ਤੁਸੀਂ ਕਿਹਨੂੰ ਮੱਥਾ ਟੇਕ ਕੇ ਆਇਓ? शिव जी महाराज के पार्वती ਅੱਜ ਤੋਂ 200 ਸਾਲ ਪਹਿਲਾਂ ਇਸ ਥਾਂ 'ਤੇ ਸਾਧੂਆਂ ਨੇ ਬੈਠ ਕੇ ਭਜਨ ਬੰਦਗੀ ਕੀਤੀ ਸੀ। ਇਹ ਧਰਤੀ ਬਹੁਤ ਪਵਿੱਤਰ ਹੋ ਗਈ ਹੈ ਅਤੇ ਮੈਂ ਧਰਤੀ ਨੂੰ ਨਮਸਕਾਰ ਕੀਤੀ, ਹੈ ਧਰਤੀਏ ਤੂੰ ਕਿੰਨੇ ਭਾਗਾਂ ਵਾਲੀ ਹੈ, ਤੇਰੇ 'ਤੇ ਸਾਧੂਆਂ ਨੇ ਬੈਠ ਕੇ ਭਜਨ ਬੰਦਗੀ ਕੀਤੀ, ਤੂੰ ਪਵਿੱਤਰ ਹੋ ਗਈ ਹੈ, ਤੂੰ ਪਵਿੱਤਰ ਹੋ ਗਈ। ਜੇ ਸ਼ਿਵ ਜੀ ਮਹਾਰਾਜ ਵਰਗੇ ਧਰਤੀ ਨੂੰ ਮੱਥਾ ਟੇਕਦੇ, ਅਸੀਂ ਤੁਸੀਂ ਕੌਣ? ਸਾਨੂੰ ਗਿਆਨ ਨਹੀਂ ਹੈ। ਜਿੱਥੇ ਪਰਮਾਤਮਾ ਦਾ ਭਗਤ ਬਹਿ ਜਾਏ ਨਾ, ਧਰਤੀ ਪਵਿੱਤਰ ਹੋ ਜਾਂਦੀ ਹੈ। ਤਾਂ ਉਹ ਕਹਿੰਦੇ ਪੁਰਾਣੇ ਜ਼ਮਾਨੇ 'ਚ ਭਜਨ ਬੰਦਗੀ ਕਰਨ ਵਾਲੇ ਉਜਾੜਾਂ 'ਚ ਰਹਿੰਦੇ ਹੁੰਦੇ ਸਨ, ਜੰਗਲਾਂ ਬੀਆਬਾਨਾਂ 'ਚ ਰਹਿੰਦੇ ਸਨ, ਜਿੱਥੇ ਆਮ ਲੋਕ ਨਾ ਆਉਣ, ਡਿਸਟਰਬ ਨਾ ਕਰਨ। ਇਸ ਲਈ ਕਹਿੰਦੇ ਸ਼ਹਿਰ ਨਾਲੋਂ ਤਾਂ ਉਹ ਉਜਾੜ ਥਾਂ ਚੰਗੀ ਹੈ, ਜਿੱਥੇ ਬੈਠ ਕੇ ਪਰਮਾਤਮਾ ਦੇ ਭਗਤ ਭਜਨ ਬੰਦਗੀ ਕਰਦੇ ਨੇ। ਰਾਮ ਸਨੇਹੀ ਬਹਰਾ ਜੰਪੁਰ ਮੇਰੇ ਭਾਏ, ਭਾਏ ਮੈਨੇ ਭਾਣੇ। ਰਾਮ ਸਨੇਹੀ ਪਿਆਰ ਕਰਨ ਵਾਲਾ, ਸਨੇਹ ਪਿਆਰ ਨੂੰ ਕਹਿੰਦੇ ਨੇ। ਪਰਮਾਤਮਾ ਦਾ ਪਿਆਰਾ ਬਾਹਰਾ ਮੈਨੇ ਬਿਨਾ, ਪਰਮਾਤਮਾ ਦੇ ਪਿਆਰੇ ਤੋਂ ਬਿਨਾਂ ਜਿਹੜੀ ਥਾਂ ਹੈ ਨਾ, ਜੰਪੁਰ ਮੇਰੇ ਭਾਏ, ਭਾਏ ਮੈਨੇ ਭਾਣੇ, ਉਹ ਤਾਂ ਮੇਰੇ ਭਾਣੇ ਜੰਪੁਰੀ ਹੈ। ਜਿਸ ਥਾਂ 'ਤੇ ਕੋਈ ਪਰਮਾਤਮਾ ਦਾ ਪਿਆਰਾ ਹੀ ਨਹੀਂ ਰਹਿੰਦਾ, ਬਾਹਰਾ ਮੈਨੇ ਬਿਨਾ, ਰਾਮ ਸਨੇਹੀ ਬਾਹਰਾ ਜੰਪੁਰ ਮੇਰੇ ਭਾਏ, ਉਹ ਥਾਂ ਜਿਹੜੇ ਪਰਮਾਤਮਾ ਦੇ ਭਗਤ ਤੋਂ ਬਿਨਾਂ ਹੈ, ਉਹ ਥਾਂ ਮੇਰੇ ਲਈ ਜੰਪੁਰੀ ਦੇ ਬਰਾਬਰ ਹੈ। ਮੈਂ ਸਮਝਦਾ ਥਾਂ ਨਹੀਂ, ਇਹ ਤਾਂ ਜਮਾਂ ਦੀ ਪੁਰੀ ਤੋਂ ਜਮ ਰਹਿੰਦੇ ਨੇ। ਸੋ ਇਸ ਲਈ ਕਿਉਂਕਿ ਉਹਨਾਂ ਨੂੰ ਭਜਨ ਬੰਦਗੀ ਦਾ ਪਤਾ ਸੀ, ਉਹਨਾਂ ਨਾਮ ਦੀ ਮਹਿਮਾ ਦਾ ਪਤਾ ਸੀ। ਜਿਨ੍ਹਾਂ ਨੂੰ ਨਾਮ ਦੀ ਮਹਿਮਾ ਦਾ ਪਤਾ ਹੈ ਨਾ, ਉਹਨਾਂ ਨੇ ਬਾਣੀ 'ਚ ਵਾਰੀ ਵਾਰੀ ਕਿਹਾ, ਭਾਈ ਨਾਮ ਜਪਿਆ ਕਰੋ। ਪੰਚਮ ਪਾਤਸ਼ਾਹ ਨੂੰ ਸਿਮਰਨ ਨਾਮ ਦਾ ਕਿੰਨਾ ਪਤਾ ਸੀ। ਦੇਖੋ ਸੁਖਮਨੀ ਸਾਹਿਬ ਦੇ 2 ਅਸ਼ਟਪਦੀਆਂ ਪਹਿਲੀਆਂ ਹੁਣ ਲਿਖੀ ਨਾਮ 'ਤੇ ਨੇ, ਸਿਮਰਨ 'ਤੇ ਨੇ। ਔਰ ਜੇ ਤੁਸੀਂ ਲਿਸਟ ਬਣਾਓ ਨਾ, ਪਹਿਲੀਆਂ 2 ਅਸ਼ਟਪਦੀਆਂ ਦੇ ਵਿੱਚ 68 ਗੁਣ ਦਿੱਤੇ ਨੇ, ਨਾਮ ਜਪਣ ਦੇ 68 ਲਾਭ ਦਿੱਤੇ ਨੇ। ਇੰਨੇ ਲਾਭ ਨੇ ਸਿਮਰਨ ਕਰਨ ਦੇ, ਪਰ ਉਹ ਬਾਣੀ ਤਾਂ ਪੜ੍ਹ ਲੈਂਦੇ ਨੇ ਲੋਕ, ਸਿਮਰਨ ਨਹੀਂ ਕਰਦੇ ਹੈਗੇ। ਜਿਸ ਗੱਲ 'ਤੇ ਜ਼ੋਰ ਦਿੱਤਾ ਹੋਇਆ ਉਹ ਜ਼ਰੂਰ ਕਰਨਾ ਚਾਹੀਦਾ। ਸੋ ਸਿਮਰਨ ਕਰੋ, ਬਾਣੀ ਪੜ੍ਹੋ। ਠੀਕ ਹੈ, ਅਸੀਂ ਸੰਸਾਰਕ ਧੰਦੇ ਵੀ, ਕੰਮ ਧੰਦੇ ਵੀ ਕਰਨੇ ਨੇ। ਆਪਾਂ ਗ੍ਰਸਥੀ ਹਾਂ, ਸਿੱਖ ਧਰਮ ਹੈ, ਗ੍ਰਸਥੀਆਂ ਦਾ ਧਰਮ ਹੈ, ਪਰਿਵਾਰ ਵਾਲਿਆਂ ਦਾ ਧਰਮ ਹੈ। ਸਿੱਖ ਧਰਮ 'ਚ ਜਿਹੜੇ ਛੜੇ ਰਹਿੰਦੇ ਨੇ, ਬੇਹੰਗਮ ਰਹਿੰਦੇ, ਬਹੁਤ ਘੱਟ ਨੇ। ਸਿਰਫ ਸਾਧੂ ਸੰਤ ਮਹਾਤਮਾ ਕੁਝ ਹੈਗੇ ਬੇਹੰਗਮ, ਜਿਹੜੇ ਜਾਂ ਉਹਨਾਂ ਦੇ ਡੇਰਿਆਂ 'ਤੇ ਜਿਹੜੇ ਬੱਚੇ ਰਹਿੰਦੇ ਬੇਹੰਗਮ ਨੇ, ਨਹੀਂ ਬਾਕੀ ਆਮ ਲੋਕ ਤਾਂ ਸ਼ਾਦੀशुदा ਨੇ। ਹੁਣ ਕਿਉਂਕਿ ਅਸੀਂ ਗ੍ਰਸਥੀ ਹਾਂ ਅਤੇ ਗ੍ਰਸਥ ਨੂੰ ਪਾਲਣ ਲਈ ਮਾਇਆ ਦੀ ਲੋੜ ਹੈ, ਅਤੇ ਮਾਇਆ ਕੰਮ ਕਰਕੇ ਮਿਲਦੀ ਹੈ। ਇਸ ਲਈ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਕਿਹਾ, ਭਾਈ ਕਿਰਤ ਕਰੋ, ਵੇਲੇ ਨਹੀਂ ਬਹਿਣਾ, ਮੰਗ ਕੇ ਨਹੀਂ ਖਾਣਾ। ਕਿਉਂਕਿ ਜਿਹੜਾ ਮੰਗ ਕੇ ਖਾਂਦਾ ਹੈ ਉਹਨੂੰ ਦੂਜੇ ਤੋਂ ਬਹੁਤ ਕੁਝ ਸੁਣਨਾ ਪੈਂਦਾ, ਉਹਨੂੰ ਬਹੁਤ ਕੁਝ ਸੁਣਨਾ ਪੈਂਦਾ। ਆਪਣਾ ਕਮਾ ਕੇ ਖਾਣਾ, ਆਪਣਾ ਪਰਿਵਾਰ ਪਾਲਣਾ, ਬਾਕੀ ਜਿਹੜਾ ਸਮਾਂ ਮਿਲੇ ਉਸ 'ਚ ਨਾਮ ਜਪਣਾ। 2 ਕੰਮ ਜ਼ਰੂਰ ਕਰਨੇ ਨੇ, ਕਿਰਤ ਕਰਨੀ ਹੈ, ਨਾਮ ਜਪਣਾ। ਹਾਂ, ਕਿਰਤ ਦੇ ਵਿੱਚੋਂ ਜੋ ਥੋੜ੍ਹਾ ਬਹੁਤਾ ਬਚੇ, ਉਹਦੇ ਨਾਲ ਲੋੜਵੰਦ ਦੀ ਸਹਾਇਤਾ ਕਰ ਦੇਣੀ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ ਕਿ ਭਾਈ ਸਾਡੇ ਲਈ ਤਾਂ ਉਹ ਥਾਂ ਜਿੱਥੇ ਪਰਮਾਤਮਾ ਦਾ ਭਗਤ ਹੀ ਨਹੀਂ ਹੈ, ਮੇਰੇ ਲਈ ਉਹ ਥਾਂ ਜੰਮਪੁਰੀ ਦੇ ਬਰਾਬਰ ਹੈ। ਜੰਮਪੁਰੀ ਉਹ ਥਾਂ ਹੈ ਜਿੱਥੇ ਜੰਮ ਰਹਿੰਦੇ ਨੇ। ਜਿਵੇਂ ਸ਼ਿਵਪੁਰੀ
ਜਿੱਥੇ ਸ਼ਿਵ ਜੀ ਮਹਾਰਾਜ ਰਹਿੰਦੇ ਨੇ, ਬ੍ਰਹਮਪੁਰੀ ਜਿੱਥੇ ਬ੍ਰਹਮਾ ਜੀ ਰਹਿੰਦੇ ਨੇ, ਵਿਸ਼ਨੂਪੁਰੀ ਜਿੱਥੇ ਵਿਸ਼ਨੂੰ ਮਹਾਰਾਜ ਰਹਿੰਦੇ ਨੇ, ਧਰੂਪੁਰੀ ਜਿੱਥੇ ਧਰੂਪ ਭਗਤ ਰਹਿੰਦਾ ਹੈ। ਇਹ ਪੁਰੀਆਂ ਨੇ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਗੰਗ ਜਮਨ ਕੇ ਅੰਤਰੇ, ਸਹਿਜ ਸੁਨ ਕੇ ਘਾਟ, ਤਹਾਂ ਕਬੀਰੈ ਮਟ ਕੀਆ, ਖੋਜਤ ਮੁਨ ਜਨ ਬਾਟ। ਗੰਗ, ਗੰਗਾ ਭਾਵ ਇੜਾ। ਜਿਹੜੇ ਯੋਗੀ ਨੇ ਇਹ ਸਰੀਰ 'ਚ 3 ਨਾੜੀਆਂ ਮੰਨਦੇ ਨੇ। ਇੱਕ ਇੜਾ ਖੱਬੀ ਸੁਰ, ਇੱਕ ਪਿੰਗਲਾ ਸੱਜੀ ਸੁਰ, ਅਤੇ ਇੱਕ ਸੁਖਮਨਾ ਨਾੜੀ ਜਿਹੜੀ ਇਹਨਾਂ ਦੇ ਵਿਚਾਲੇ ਚੱਲਦੀ ਹੈ। ਯੋਗੀ ਕਹਿੰਦੇ ਨੇ ਵੀ ਇੜਾ ਅਤੇ ਪਿੰਗਲਾ ਅਤੇ ਸੁਖਮਨਾ ਨਾੜੀ। ਸੁਖਮਨਾ ਨਾੜੀ ਜਿਹੜੀ ਸਾਡੀ ਰੀੜ੍ਹ ਦੀ ਹੱਡੀ ਹੈ, ਉਹ ਕਹਿੰਦੇ ਜਿੱਥੋਂ ਰੀੜ੍ਹ ਦੀ ਹੱਡੀ ਸ਼ੁਰੂ ਹੁੰਦੀ ਹੈ ਅਖੀਰ ਸਿਰ ਤੱਕ, ਜਿੱਥੇ ਸਾਡਾ ਦਿਮਾਗ ਹੈ, ਜਿਹਨੂੰ ਦਸਮ ਦੁਆਰ ਕਹਿੰਦੇ, ਉੱਥੋਂ ਤੱਕ ਸੁਖਮਨਾ ਨਾੜੀ ਜਾਂਦੀ ਹੈ। ਉਹ ਜਿਹੜਾ ਹੈ ਸਵਾਸ ਰਾਹੀਂ ਅਭਿਆਸ ਕੇ, ਜਿਹਨੂੰ ਪ੍ਰਾਣਾਯਾਮ ਕਹਿੰਦੇ ਨੇ, ਉਹ ਸਵਾਸਾਂ ਰਾਹੀਂ ਉਸ ਥਾਂ 'ਤੇ ਪਹੁੰਚਦੇ ਨੇ ਜਿੱਥੇ ਇੜਾ, ਪਿੰਗਲਾ ਅਤੇ ਸੁਖਮਨਾ ਤਿੰਨੋਂ ਨਾੜੀਆਂ ਇਕੱਠੀਆਂ ਹੁੰਦੀਆਂ ਹਨ। ਉਹ ਥਾਂ ਹੈ ਮੱਥੇ 'ਤੇ ਜਿੱਥੇ ਆਮ ਤੌਰ 'ਤੇ ਹਿੰਦੂ ਬੀਬੀਆਂ ਟਿੱਕਾ ਲਾਉਂਦੀਆਂ। ਕਈ ਬੀਬੀਆਂ ਬਿੰਦੀ ਲਾਉਂਦੀਆਂ ਨੇ। ਕਹਿੰਦੇ ਇੱਥੇ ਤਿੰਨੋਂ ਨਾੜੀਆਂ ਇਕੱਠੀਆਂ, ਫਿਰ ਇਕੱਲੀ ਸੁਖਮਨਾ ਨਾੜੀ ਇਹ ਦਸਮ ਦੁਆਰ ਨੂੰ ਜਾਂਦੀ ਹੈ। ਅਤੇ ਕਬੀਰ ਸਾਹਿਬ ਕਹਿੰਦੇ ਵੀ ਉਹ ਤਾਂ ਪ੍ਰਾਣਾਯਾਮ ਰਾਹੀਂ ਜਾਂਦੇ ਹਨ, ਉਹ ਤਾਂ ਹਠ ਯੋਗ ਹੈ। ਸਿੱਖ ਧਰਮ ਸਹਿਜ ਯੋਗ ਹੈ। ਅਸੀਂ ਕਿਸੇ ਪ੍ਰਕਾਰ ਦਾ ਹਠ ਨਹੀਂ ਕਰਨਾ, ਅਸੀਂ ਕੋਈ ਪ੍ਰਾਣਾਯਾਮ ਨਹੀਂ ਕਰਦੇ ਫਿਰਨਾ। ਹਾਂ, ਸਿਹਤ ਲਈ ਤਾਂ ਪ੍ਰਾਣਾਯਾਮ ਵਧੀਆ ਚੀਜ਼ ਹੈ। ਸਿਹਤ ਲਈ ਲੰਮੇ ਲੰਮੇ ਸਾਹ ਲੈਣਾ, ਫਿਰ ਹੌਲੀ ਹੌਲੀ ਉਹਨਾਂ ਨੂੰ ਬਾਹਰ ਕੱਢਣਾ, ਇਹ ਸਿਹਤ ਲਈ ਲਾਭਦਾਇਕ ਨੇ। ਪਰ ਜਿੱਥੇ ਭਗਤੀ ਦਾ ਸੰਬੰਧ ਹੈ, ਭਗਤੀ ਨਾਲ ਇਹਨਾਂ ਦਾ ਕੋਈ ਸਿੱਖ ਧਰਮ ਸੰਬੰਧ ਨਹੀਂ ਹੈ। ਸਿੱਖ ਧਰਮ ਤਾਂ ਸਹਿਜ ਸੁਭਾਈ ਬਸ ਵਾਹਿਗੁਰੂ 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 ਕਰਦੇ ਰਹਿਣ। ਕੋਈ ਵਿਸ਼ੇਸ਼ ਢੰਗ ਤਰੀਕਾ ਨਹੀਂ ਹੈ। ਜਿਹੜੇ ਤੁਹਾਨੂੰ ਦੱਸਦੇ ਨੇ ਸਿਮਰਨ ਇਸ ਤਰ੍ਹਾਂ ਕਰੋ, ਉਹ ਯੋਗੀਆਂ ਵਾਲੇ ਢੰਗ ਹੀ ਦੱਸਦੇ ਨੇ। ਉਹ ਯੋਗੀਆਂ ਵਾਲੇ ਢੰਗ ਦੱਸਦੇ ਨੇ। ਸਿੱਖ ਧਰਮ ਤਾਂ ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਅਸੀਂ ਤਾਂ ਜਿਵੇਂ ਦਹੀਂ ਹੌਲੀ ਹੌਲੀ ਰਿੜਕੀਦਾ, ਤੇਜ਼ ਤੇਜ਼ ਨਹੀਂ ਰਿੜਕੀਦਾ। ਜਿਨ੍ਹਾਂ ਨੇ ਕਦੇ ਦਹੀਂ ਰਿੜਕਿਆ, ਬੀਬੀਆਂ ਨੂੰ ਤਾਂ ਗਿਆਨ ਹੈ, ਕਈ ਵਾਰੀ ਬੱਚੇ ਵੀ ਰਿੜਕਦੇ, ਮਾਪੇ ਦੇ ਨਾਲ ਸਹਾਇਤਾ ਕਰਦੇ ਨੇ। ਆਰਾਮ ਨਾਲ ਵਧਾਣੀ ਫੇਰਦੇ ਰਹਿਣਾ। ਵਧਾਣੀ ਨੂੰ ਇੱਕ ਰੱਸੀ ਬੱਝੀ, ਜਿਹਨੂੰ ਕਹਿੰਦੇ ਨੇਤਰਾ। 2 ਲੱਕੜ ਦੀਆਂ ਗੁੱਲੀਆਂ ਜੇ ਸਿਰਿਆਂ 'ਤੇ ਬੱਝੀਆਂ ਹੁੰਦੀਆਂ ਨੇ, ਉਹਨੂੰ ਕਹਿੰਦੇ ਈਟੀ। ਉਹ ਫੜ ਕੇ ਮਧਾਣੀ ਨੂੰ ਵਾਰੀ ਵਾਰੀ ਫੇਰਦੇ, ਕਦੇ ਇੱਧਰਲੇ ਪਾਸੇ ਕਦੇ ਇੱਧਰਲੇ ਪਾਸੇ ਚਾਟੀ 'ਚ। ਹੌਲੀ ਹੌਲੀ ਦਹੀਂ ਰਿੜਕਿਆ ਜਾਂਦਾ ਹੈ। ਉਹਦੇ ਉੱਤੇ ਮੱਖਣ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇ ਤਾਂ ਸਰਦੀਆਂ ਦਾ ਮੌਸਮ ਹੈ ਫਿਰ ਤਾਂ ਆਪੇ ਹੀ ਮੱਖਣ ਉੱਪਰ ਆ ਜਾਏਗਾ। ਜੇ ਗਰਮੀਆਂ ਦਾ ਮੌਸਮ ਹੈ ਤਾਂ ਕਈ ਫਿਰ ਵਾਰੀ ਫਰਿੱਜ ਦਾ ਪਾਣੀ ਜਾਂ ਪਹਿਲਾਂ ਕੋਰੇ ਘੜੇ ਦਾ ਪਾਣੀ ਉਹ ਵਿੱਚ ਪਾਉਂਦੇ ਸਨ ਕਿ ਮੱਖਣ ਉੱਪਰ ਆ ਕੇ ਇਕੱਠਾ ਹੋ ਜਾਏ ਅਤੇ ਉਹਨੂੰ ਬਾਹਰ ਕੱਢਿਆ ਜਾਵੇ। ਸਹਿ ਸੁਭਾਅ ਦਹੀਂ ਰਿੜਕਦੇ ਸੀ। ਇੱਕ ਵਾਰੀ ਮੈਂ ਜ਼ੋਰ ਜ਼ੋਰ ਦੀ ਰਿੜਕ ਰਿਹਾ, ਮੈਂ ਵੇਲੇ ਸਿਰ ਸਕੂਲ ਜਾਵਾਂਗਾ। ਬੱਚੇ ਹੁੰਦੇ ਕਾਲੇ ਸੁਭਾਅ ਹੁੰਦੇ ਨੇ। ਬੇਬੇ ਕਹਿੰਦੀ ਵੇ ਤੇਰੇ 'ਤੇ ਛਿੱਟਾਂ ਪੈ ਜਾਣੀਆਂ, ਆ ਤੂੰ ਜ਼ੋਰ ਲਾ ਰਿਹਾ ਹੈ, ਇਹ ਛਿੱਟਾਂ ਚਾਟੀ 'ਚੋਂ ਨਿਕਲ ਕੇ ਤੇਰੇ 'ਤੇ ਪੈਣਗੀਆਂ। ਦੂਸਰਾ, ਜੇ ਜ਼ੋਰ ਜ਼ੋਰ ਦੀ ਦਹੀਂ ਰਿੜਕੇਗਾ, ਦਹੀਂ ਗਰਮ ਹੋ ਜਾਏਗਾ ਅਤੇ ਗਰਮ ਹੋ ਕੇ ਉੱਤੇ ਮੱਖਣ ਨਹੀਂ ਆਉਣਾ ਕਾਕਾ। ਹੌਲੀ ਹੌਲੀ ਸਹਿ ਸੁਭਾਅ ਰਿੜਕ। ਅਤੇ ਗੁਰਬਾਣੀ 'ਚ ਇਹਦੀ ਉਦਾਹਰਣ ਦਿੱਤੀ ਹੈ ਕਿ ਜੇ ਤੁਸੀਂ ਨਾਮ ਜਪਣਾ ਨਾ, ਤਾਂ ਜਿਵੇਂ ਆਪਾਂ ਦਹੀਂ ਆਰਾਮ ਨਾਲ ਰਿੜਕਦੇ ਐਂ ਆਰਾਮ ਨਾਲ ਨਾਮ ਜਪੀ ਜਾਣਾ। ਬਿਲੋਵਨਾ ਹੁੰਦਾ ਰਿੜਕਣਾ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ,
ਸਹਿਜ ਬੁਲਵੋ ਜੈਸੇ ਤਤ ਨਾ ਜਾਈ। ਸਹਿਜ ਸੁਭਾਅ ਨਾਮ ਜਪਦੇ ਰਹਿਣਾ, ਕਿਉਂਕਿ ਅਸੀਂ ਤਾਂ ਲੇਟੇ ਹਾਂ ਤਾਂ ਵੀ ਨਾਮ ਜਪਣਾ, ਖੜੇ ਹਾਂ ਤਾਂ ਵੀ ਜਪਣਾ, ਤੁਰ ਫਿਰ ਰਹੇ ਹਾਂ ਤਾਂ ਵੀ ਜਪਣਾ, ਬੈਠੇ ਹਾਂ ਤਾਂ ਵੀ ਜਪਣਾ। ਜੇ ਤਾਂ 10-15 ਮਿੰਟ ਵਾਲੀ ਕੁੱਲ ਜਪਣਾ ਹੋਵੇ ਫਿਰ ਤਾਂ ਤੁਸੀਂ ਤੇਜ਼ ਤੇ ਕਰਦੇ ਵਾਹਿਗੁਰੂ 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 ਇਸ ਤਰ੍ਹਾਂ ਕਰ ਸਕਦੇ ਤੇਜ਼, ਪਰ ਬਹੁਤ ਛੇਤੀ ਥੱਕ ਜਾਓਗੇ। ਸਿੱਖ ਨੂੰ ਤਾਂ ਕਹਿ ਵੀ ਹੁਕਮ ਤੁਸੀਂ 24 ਘੰਟੇ ਨਾਮ ਜਪਣਾ। ਜਿਹਨੇ ਹਰ ਵਕਤ ਹੀ ਨਾਮ ਜਪਣਾ ਉਹ ਫਿਰ ਸਹਿਜ ਸੁਭਾਅ ਹਮੇਸ਼ਾ ਨਾਮ ਜਪਦੇ। ਜੇ ਮਜ਼ਦੂਰਾਂ ਨੂੰ ਤੁਸੀਂ ਕੰਮ ਕਰਦੇ ਵੇਖੋ, ਉਹਨਾਂ ਨੇ 8 ਘੰਟੇ ਕੰਮ ਕਰਨਾ, ਉਹ ਸਹਿਜ ਸੁਭਾਅ ਲੱਗੇ ਰਹਿੰਦੇ ਨੇ। ਉਹ ਤੇਜ਼ ਨਹੀਂ ਕਰਦੇ, ਉਹ ਤਾਂ ਅੱਧੇ ਘੰਟੇ ਥੱਕ ਜਾਣਗੇ ਅਤੇ ਮਾਲਕ ਕਹੇਗਾ ਕੀ ਗੱਲ ਬਈ ਤੁਸੀਂ ਕੰਮ ਨਹੀਂ ਕਰਦੇ ਹੈਗੇ। ਇਸ ਲਈ ਇੱਕੋ ਸਪੀਡ ਨਾਲ ਲੱਗੇ ਰਹਿੰਦੇ, ਸਵੇਰੇ 8:30 ਤੋਂ ਲੈ ਕੇ 5:30 ਦੇ ਸ਼ਾਮ ਤੱਕ। ਇਸੇ ਤਰ੍ਹਾਂ ਜੇ ਉਹ ਇੱਕੋ ਸਪੀਡ ਨਾਲ ਲੱਗੇ ਰਹਿੰਦੇ ਨੇ, ਸਿੱਖ ਨੇ ਵੀ ਆਰਾਮ ਨਾਲ ਸਿਮਰਨ ਕਰਦੇ ਰਹਿਣਾ ਹੈ। ਗੰਗ ਭਾਵ ਇੜਾ, ਜਮਨ ਭਾਵ ਪਿੰਗਲਾ, ਇਹ ਨਾੜੀਆਂ ਦੇ ਨਾਮ ਨੇ। ਕਿ ਅੰਤਰ ਇਹਨਾਂ ਦੇ ਵਿਚਾਲੇ, ਇੜਾ ਅਤੇ ਪਿੰਗਲਾ ਨਾੜੀਆਂ ਦੇ ਵਿਚਾਲੇ ਸਹਿਜ ਸੁੰਨ ਕੇ ਕਾਟ। ਇੱਕ ਐਸੀ ਅਵਸਥਾ ਹੈ ਜਿੱਥੇ ਸੁੰਨ, ਜਿੱਥੇ ਕੋਈ ਫੁਰਨਾ ਨਹੀਂ ਆਉਂਦਾ। ਆਪਾਂ ਤਾਂ ਜਦੋਂ ਬਾਣੀ ਪੜ੍ਹੀਏ, ਨਾਮ ਜਪੀਏ, ਕਿੰਨੇ ਪ੍ਰਕਾਰ ਦੇ ਖਿਆਲ ਆਉਂਦੇ ਨਾ। ਕਦੇ ਮਨ ਕਿਤੇ ਜਾਂਦਾ, ਕਦੇ ਕਿਤੇ ਜਾਂਦਾ, ਫੁਰਨੇ ਆਉਂਦੇ ਨੇ। ਕਹਿੰਦੇ ਉਹ ਇੱਕ ਐਸੀ ਥਾਂ ਹੈ ਜਿੱਥੇ ਸੁੰਨ, ਅਫੁਰ ਅਵਸਥਾ ਹੈ। ਉਹ ਘਾਟ ਮਨੇ ਥਾਂ, ਉਹ ਥਾਂ ਹੈ ਜਿੱਥੇ ਅਫੁਰ ਅਵਸਥਾ ਹੈ, ਕੋਈ ਫੁਰਨਾ ਨਹੀਂ ਆਉਂਦਾ। ਤਹਾਂ ਕਬੀਰ ਮੱਠ ਕੀ ਹੈ। ਅਸੀਂ ਤਾਂ ਕਹਿੰਦੇ ਉੱਥੇ ਡੇਰੇ ਲਾਏ ਹੋਏ ਨੇ। ਮੱਠ ਅੱਜ ਕੱਲ੍ਹ ਡੇਰਾ ਕਹਿੰਦੇ ਨੇ। ਜੋਗੀਆਂ ਵੇਲੇ ਡੇਰੇ ਨੂੰ ਕੀ ਕਹਿੰਦੇ ਸੀ? ਮੱਠ। ਸਾਧੂਆਂ ਦੇ ਮੱਠ ਹੁੰਦੇ ਸਨ, ਜਿੱਥੇ ਸਾਧੂ ਰਹਿੰਦੇ ਹੁੰਦੇ ਸਨ। ਆਪਾਂ ਸਿੱਖ ਤਰ੍ਹਾਂ ਜਾਗਦੇ ਮਹਾਂਪੁਰਖਾਂ ਦਾ ਡੇਰਾ ਹੈ ਜੀ, ਜਿੱਥੇ ਮਹਾਂਪੁਰਖ ਰਹਿੰਦੇ, ਉਹਨਾਂ ਚੇਲੇ ਬਲ ਕੇ ਰਹਿੰਦੇ ਨੇ। ਕਹਿੰਦੇ ਉਸ ਥਾਂ 'ਤੇ ਅਸੀਂ ਟਿਕਾਣਾ ਕੀਤਾ ਹੋਇਆ, ਜਿਸ ਥਾਂ 'ਤੇ ਅਫੁਰ ਅਵਸਥਾ ਹੈ, ਜਿੱਥੇ ਕੋਈ ਸੰਸਾਰਿਕ ਖਿਆਲ ਨਹੀਂ ਆਉਂਦਾ। ਲਿਵ ਜਿਹੜੀ ਰੱਬ ਨਾਲ ਜੁੜੀ ਰਹਿੰਦੀ ਹੈ, ਉਸ ਥਾਂ 'ਤੇ ਕਹਿੰਦੇ ਅਸੀਂ ਆਪਣਾ ਟਿਕਾਣਾ ਕੀਤਾ ਹੋਇਆ। ਖੋਜਤ ਮੁਨ ਜਨ ਬਾਟ, ਰਿਸ਼ੀ ਮੁਨੀ ਉਸ ਰਸਤੇ ਨੂੰ ਲੱਭਦੇ ਫਿਰਦੇ ਨੇ, ਉਸ ਥਾਂ ਨੂੰ ਲੱਭਦੇ ਫਿਰਦੇ ਨੇ ਵੀ ਜਿੱਥੇ ਜਾ ਕੇ ਅਫੁਰ ਅਵਸਥਾ ਆ ਜਾਏ। ਕਹਿੰਦੇ ਮੈਂ ਤਾਂ ਪਹਿਲੇ ਉੱਥੇ ਪਹੁੰਚਿਆ ਹੋਇਆ ਹਾਂ, ਮੈਂ ਤਾਂ ਰਹਿੰਦੇ ਹੀ ਉੱਥੇ ਹਾਂ ਜਿੱਥੇ ਅਫੁਰ ਅਵਸਥਾ ਹੈ, ਜਿੱਥੇ ਕੋਈ ਫੁਰਨਾ ਹੀ ਨਹੀਂ ਆਉਂਦਾ। ਜਿਸ ਜਗ੍ਹਾ ਨੂੰ ਰਿਸ਼ੀ ਮੁਨੀ ਭਾਲ ਰਹੇ ਹਨ, ਮੈਂ ਤਾਂ ਪਹਿਲਾਂ ਹੀ ਉੱਥੇ ਰਹਿੰਦਾ ਹਾਂ। ਸੋ ਇਸ ਲਈ ਉਹ ਕੋਈ ਪ੍ਰਾਣਾਯਾਮ ਰਾਹੀਂ ਉੱਥੇ ਨਹੀਂ ਸਨ ਪਹੁੰਚੇ। ਸਹਿਜ ਸੁਭਾਅ ਆਪਣਾ ਜਿਹੜਾ ਕੰਮ ਵੀ ਕਰਦੇ ਸਨ, ਕਿਉਂ ਜਲਾਏ ਸਨ, ਕਮਾ ਕੇ ਹੀ ਖਾਣੇ ਨਾ। ਉਦੋਂ ਕਿਹੜੇ ਕੋਈ ਬੈਂਕ ਬੈਲੈਂਸ ਹੁੰਦੇ ਸਨ ਜੀ, ਵੀ ਹਾਂ ਜੀ ਹੌਲੀ ਹੌਲੀ ਖਾਈ ਜਾਵਾਂਗੇ, ਜਮ੍ਹਾਂ ਕਰਾ ਲਓ ਜੀ ਪੈਸੇ। ਗਰੀਬ ਬੰਦੇ ਕੋਲ ਕਿੱਥੇ ਬੈਂਕ ਬੈਲੈਂਸ, ਰੋਜ਼ ਦਾ ਕਮਾਣਾ ਖਾਣਾ। ਹੁਣ ਕੱਪੜੇ ਬੁਣਨੇ ਨੇ ਅਤੇ ਕਿੰਨਾ ਕੁ ਆਮਦਨ ਹੁੰਦੀ ਹੱਥ ਨਾਲ ਜਿਹੜੇ ਕੰਮ ਕਰਨੇ ਹਨ। ਸੋ ਫਿਰ ਵੀ ਉਹ ਸਹਿਜ ਸੁਭਾਅ ਪਰਮਾਤਮਾ ਦੀ ਭਜਨ ਬੰਦਗੀ ਕਰਦੇ ਰਹਿੰਦੇ ਸਨ, ਅਤੇ ਉਸ ਅਵਸਥਾ 'ਤੇ ਪਹੁੰਚ ਗਏ ਜਿੱਥੇ ਰਿਸ਼ੀ ਮੁਨੀ ਪਹੁੰਚਣਾ ਚਾਹੁੰਦੇ ਹਨ। ਕਹਿੰਦੇ ਉੱਥੇ ਜਿੱਥੇ ਕਹਿੰਦੇ ਮੇਰਾ ਸਥਾਨ ਹੈ, ਉੱਥੇ ਸੰਸਾਰਿਕ ਫੁਰਨਾ ਹੀ ਕੋਈ ਨਹੀਂ ਆਉਂਦਾ। ਤਹਾਂ ਕਬੀਰ ਮੱਠ ਕੀਆ, ਖੋਜਤ ਮੁਨ ਜਨ ਬਾਟ, ਬਾਟ ਮਨੇ ਰਸਤਾ। ਰਿਸ਼ੀ ਮੁਨੀ ਜਿਸ ਰਸਤੇ ਨੂੰ ਖੋਜਦੇ ਹਨ, ਉੱਥੇ ਤੇ ਅਸੀਂ ਕਹਿੰਦਾ ਆਪਣਾ ਟਿਕਾਣਾ ਕੀਤਾ ਹੋਇਆ ਹੈ, ਅਸੀਂ ਤਾਂ ਪਹਿਲੇ ਹੀ ਪਹੁੰਚੇ ਹੋਏ ਹਾਂ ਉੱਥੇ। ਅੱਗੇ ਕਹਿੰਦੇ ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭੈ ਓੜ। ਹੀਰਾ ਕਿਸ ਕਾ ਬਾਪੁਰਾ, ਪੁਜੈ ਨ ਰਤਨ ਕਰੋੜ। ਜੈਸੀ ਉਪਜੀ ਪੇੜ ਤੇ, ਪੇੜ ਹੁੰਦਾ ਦਰਖਤ,
ਭਾਵ ਸ਼ੁਰੂ ਤੋਂ। ਤੁਹਾਡੇ 'ਚੋਂ ਜਿੰਨਾ ਅੰਮ੍ਰਿਤ ਛਕਿਆ ਤੁਹਾਨੂੰ ਯਾਦ ਹੋਣਾ, ਜਿਸ ਦਿਨ ਤੁਸੀਂ ਅੰਮ੍ਰਿਤ ਛਕਿਆ ਉਦੋਂ ਅਗਲੇ ਦਿਨ ਤੁਸੀਂ ਅੰਮ੍ਰਿਤ ਵੇਲੇ ਉੱਠੇ, ਨਹਾ ਧੋ ਕੇ ਤੁਸੀਂ ਭਜਨ ਬੰਦਗੀ ਕਾਫੀ ਦੇਰ ਤੱਕ ਕੀਤੀ। ਕੁਝ ਦਿਨ ਇਸ ਤਰ੍ਹਾਂ ਕਰਦੇ ਰਹੇ, ਫਿਰ ਹੌਲੀ ਹੌਲੀ ਢਿੱਲੇ ਪੈ ਗਏ। ਕਦੇ ਅੰਮ੍ਰਿਤ ਵੇਲੇ ਉੱਠੇ, ਕਦੇ ਨਾ ਉੱਠੇ, ਕਦੇ ਵੇਲੇ ਸਿਰ ਉੱਠੇ, ਕਦੇ ਲੇਟ ਉੱਠੇ, ਕਦੇ ਥੋੜ੍ਹਾ ਸਿਮਰਨ ਕਰ ਲਿਆ, ਕਦੇ ਬਹੁਤਾ ਕਰ ਲਿਆ, ਇੱਕੋ ਜਿਹਾ ਨਾ ਰਿਹਾ। ਕਬੀਰ ਸਾਹਿਬ ਕਹਿੰਦੇ ਜਿਸ ਦਿਨ ਤੁਸੀਂ ਗੁਰੂ ਵਾਲੇ ਬਣੇ ਉਸ ਦਿਨ ਜੋ ਤੁਹਾਡੀ ਮਾਨਸਿਕ ਅਵਸਥਾ ਸੀ, ਅਗਰ ਮਰਨ ਤੱਕ ਉਹੀ ਰਹੀ, ਤੁਸੀਂ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋ ਜਾਓਗੇ। ਪਰ ਉਹ ਰਹਿੰਦੀ ਨਹੀਂ। ਜਿੰਨੇ ਵੀ ਤੁਹਾਡੇ 'ਚ ਇਸ ਵੇਲੇ ਮੇਰੀ ਕਥਾ ਸੁਣ ਤੇ ਅੰਮ੍ਰਿਤ ਧਾਰੀ ਹੋ, ਦੇਖ ਲਓ ਫਰਕ ਪੈ ਗਿਆ। ਉਹ ਸ਼ੌਕ ਘਟ ਗਿਆ, ਉਹ ਸ਼ੌਕ ਘਟ ਗਿਆ, ਉਹੋ ਜਿਹੀ ਅਵਸਥਾ ਨਹੀਂ ਰਹਿੰਦੀ। ਕਬੀਰ ਸਾਹਿਬ ਕਹਿੰਦੇ ਜੇ ਉਹੇ ਜੀ ਰਹਿ ਜਾਵੇ ਜਿਹੋ ਜੀ ਸ਼ੁਰੂ ਤੋਂ ਸੀ, ਕੋਈ ਜੈਸੀ ਉਪਜੀ ਪੇੜ 'ਤੇ, ਜਿਹੋ ਜਿਹੀ ਅਵਸਥਾ ਸ਼ੁਰੂ ਤੋਂ ਸੀ, ਜੋ ਤੈਸੀ ਨਿਭੈ ਓੜ ਓੜ ਨਾ ਅੰਤ ਤੱਕ। ਜੇ ਉਹ ਅਵਸਥਾ ਅੰਤ ਤੱਕ ਨਿਭ ਜਾਵੇ, ਹੀਰਾ ਕਿਸ ਕਾ ਵਾਪਰਾ। ਇੱਕ ਹੀਰਾ ਵਿਚਾਰਾ ਕੀ ਹੈ, ਪੁਜੈ ਨਾ ਰਤਨ ਕਰੋੜ, ਚਾਹੇ ਕਰੋੜਾਂ ਹੀਰੇ ਕਿਉਂ ਨਾ ਹੋਣ, ਉਹ ਉਸ ਅਵਸਥਾ ਦਾ ਜਿਹੜਾ ਹੈ ਮੁਕਾਬਲਾ ਨਹੀਂ ਕਰ ਸਕਦੇ। ਉਹ ਉੱਥੋਂ ਤੱਕ ਨਹੀਂ ਪਹੁੰਚ ਸਕਦੇ ਜਿੱਥੋਂ ਤੱਕ ਉਹ ਬੰਦਾ ਪਹੁੰਚ ਗਿਆ ਹੈ। ਭਾਵ ਕਰੋੜਾਂ ਹੀਰਿਆਂ ਦੀ ਕਿੰਨੀ ਕੀਮਤ ਹੁੰਦੀ ਹੈ, ਤਾਂ ਵੀ ਉਹ ਉਦੋਂ ਵੱਧ ਕੀਮਤੀ ਬੰਦਾ ਹੋ ਜਾਂਦਾ ਹੈ। ਜਾਂ ਜਿਹੋ ਜਿਹੀ ਸ਼ੁਰੂ 'ਚ ਅਵਸਥਾ ਸੀ, ਜੇ ਅੰਤਲੇ ਸਮੇਂ ਤੱਕ ਵੀ ਉਸ ਤਰ੍ਹਾਂ ਨਿਭ ਜਾਵੇ, ਪਰ ਇਹ ਕੋਈ ਵਿਰਲਾ ਟਾਵਾਂ ਹੁੰਦਾ। ਇਸ ਲਈ ਪਰਮਾਤਮਾ ਫਿਰ ਕਿਸੇ ਵਿਰਲੇ ਟਾਵੇਂ ਨੂੰ ਮਿਲਦਾ। ਸ਼ੁਰੂ ਜਿਹੜੀਆਂ ਕੋਈ ਬੁਰਾਈਆਂ ਹੁੰਦੀਆਂ ਸਭ ਬੰਦ ਕਰ ਦਿੰਦਾ ਬੰਦਾ, ਸਮਾਂ ਪਾ ਕੇ ਫਿਰ ਉਹ ਪਹਿਲੇ ਵਾਲੀਆਂ ਬੁਰਾਈਆਂ ਉਹਦੇ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਂਦੀਆਂ, ਉਹ ਢਿੱਲਾ ਮੱਠਾ ਹੋ ਜਾਂਦਾ ਹੈ, ਭਜਨ ਬੰਦਗੀ ਘੱਟ ਕਰ ਦਿੰਦਾ ਹੈ। ਇਸ ਲਈ ਉਹਦੀ ਫਿਰ ਗੱਲ ਬਣਦੀ ਨਹੀਂ ਹੈਗੀ। ਕਿ ਜਿਵੇਂ ਆਰੰਭ ਵੇਲੇ ਸੀ, ਜੇ ਅੰਤ ਤੱਕ ਵੀ ਉਸ ਤਰ੍ਹਾਂ ਰਹੇ ਤਾਂ ਵੱਡੇ ਕਰੋੜਾਂ ਹੀਰੇ ਰਤਨ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਕਬੀਰਾ ਏਕ ਅਚੰਭੋ ਦੇਖਿਆ, ਹੀਰਾ ਹਾਟ ਬਿਕਾਏ, ਬਣਜਨ ਹਾਰੇ ਬਹਰਾ, ਕੌਡੀ ਬਦਲਿਆ ਜਾਏ। ਕਬੀਰਾ ਏਕ ਅਚੰਭੋ ਦੇਖਿਆ, ਕਹਿੰਦੇ ਮੈਂ ਇੱਕ ਬੜੀ ਹੈਰਾਨੀ ਵਾਲੀ ਗੱਲ ਵੇਖੀ। ਅਚੰਭਾ ਹੈਰਾਨੀ ਨੂੰ ਕਹਿੰਦੇ। ਮੈਂ ਕਦੀ ਇੱਕ ਹੈਰਾਨੀ ਵਾਲੀ ਗੱਲ ਵੇਖੀ, ਹੀਰਾ ਹਾਟ ਬਿਕਾਏ। ਕੋਈ ਹੀਰੇ ਨੂੰ ਹੱਟੀ 'ਤੇ ਵੇਚਣ ਲੈ ਕੇ ਆਇਆ, ਕੋਈ ਹੀਰੇ ਨੂੰ ਹੱਟੀ 'ਤੇ ਵੇਚਣ ਲੈ ਕੇ ਆਇਆ। ਬਣਜਨ ਹਾਰੇ ਬਹਰਾ, ਬਹਰਾ ਮੈਨੇ ਬਿਨਾ, ਬਣਜਨ ਹਾਰੇ ਖਰੀਦਣ ਵਾਲੇ, ਪਰ ਉਹ 'ਤੇ ਖਰੀਦਦਾਰ ਹੀ ਕੋਈ ਨਹੀਂ, ਖਰੀਦਦਾਰ ਹੀ ਕੋਈ ਨਹੀਂ। ਜਿਵੇਂ ਸਰਕਾਰ ਕਿਸਾਨਾਂ ਨੂੰ ਕਹਿੰਦੀ ਵੀ ਦੇਖੋ ਸਾਡੇ ਕੋਲ ਜੀਰੀ ਕਣਕ ਹੋ ਗਈ ਫਾਲਤੂ, ਸਾਨੂੰ ਇਹ ਨਹੀਂ ਚਾਹੀਦੀ, ਅਸੀਂ ਨਹੀਂ ਤੁਹਾਡੀ ਖਰੀਦਣੀ, ਵਪਾਰੀ ਖਰੀਦਣ ਨਾ ਖਰੀਦਣ। ਸਰਕਾਰ 'ਤੇ ਇੱਕ ਭਾਰੀ ਗਲਤੀ ਹੋ ਗਈ ਹੈ, ਨਹੀਂ ਤਾਂ ਇੰਨਾ ਰੌਲਾ ਨਹੀਂ ਸੀ ਪੈਣਾ। ਜੇ ਸਰਕਾਰ ਐਤਕੀ ਕਹਿੰਦੀ ਵੀ ਦੇਖੋ ਭਾਈ ਜੱਟ ਭਰਾਵੋ ਸਾਡੀ ਗੱਲ ਧਿਆਨ ਨਾਲ ਸੁਣ ਲਓ, ਕੋਈ ਵੀ ਖਰੀਦਦਾਰ ਤਾਂ ਹੀ ਹੋਏਗਾ ਜਿਸ ਨੂੰ ਚੀਜ਼ ਦੀ ਲੋੜ ਹੈ। ਮੰਨ ਲਓ ਮੇਰੇ ਕੋਲ ਖਾਣ ਨੂੰ ਪਹਿਲਾਂ ਹੀ ਬਹੁਤ ਅਨਾਜ ਹੈ, ਮੈਂ ਹੋਰ ਕਿਉਂ ਖਰੀਦਾਂਗਾ ਵੀ। ਸਰਕਾਰ ਜੇ ਐਤਕੀ ਕਹਿੰਦੇ ਵੀ ਕਿਸਾਨ ਭਰਾਵੋ ਸੁਣ ਲਓ ਧਿਆਨ ਨਾਲ, ਸਾਨੂੰ ਤੁਹਾਡੀ ਜੀਰੀ ਨਹੀਂ ਅਗਲੇ ਸਾਲ ਚਾਹੀਦੀ, ਅਸੀਂ ਨਹੀਂ ਤੁਹਾਡੀ ਖਰੀਦਣੀ, ਨਾ ਕਣਕ ਨਾ ਜੀਰੀ, ਠੀਕ ਹੈ, ਤੁਹਾਡੀ ਮਰਜ਼ੀ ਹੈ ਬੀਜਿਓ ਨਾ ਬੀਜਿਓ। ਅਤੇ ਜਿੰਨਾ ਰੌਲਾ ਪਿਆ ਸ਼ੇਦੇ ਇਹਨਾਂ ਨਾ ਪੈਂਦਾ, ਇਹਨਾਂ ਨਾ ਪੈਂਦਾ। ਅਜੇ ਵੀ ਕਿਸਾਨਾਂ ਨੂੰ ਸੋਚਣਾ ਹੈ ਆ ਤੇ ਗਈ ਔਖੀ ਸੌਖੀ, ਵੇਖ ਅੱਗੇ ਕੋਈ ਨਹੀਂ ਖਰੀਦਣੀ।
ਸਿਰਫ ਪੰਜਾਬ ਤੇ ਹਰਿਆਣਾ 2 ਸਟੇਟਾਂ ਨੇ ਜਿੱਥੇ ਕੇਂਦਰੀ ਸਰਕਾਰ ਅਨਾਜ ਖਰੀਦਦੀ ਹੈ, ਬਾਕੀ ਕਿਸੇ ਸਟੇਟ 'ਚ ਨਹੀਂ ਖਰੀਦਦੀ। ਮੇਰੀ ਭੈਣ ਯੂਪੀ ਵਿਆਹੀ ਹੈ, ਮੈਨੂੰ ਪੁੱਛਿਆ ਸੀ ਕਿ ਨਾ ਜੀ ਇੱਥੇ ਸਰਕਾਰ ਕੋਈ ਫਸਲ ਨਹੀਂ ਖਰੀਦਦੀ, ਵਪਾਰੀ ਖਰੀਦਦੇ ਨੇ। ਇਹ 1000 ਜਾਂ 1100 ਰੁਪਏ ਕੁਇੰਟਲ ਨੂੰ ਇੱਥੇ ਯੂਪੀ ਜੀਰੀ ਵਿਕਦੀ ਹੈ। ਕਿਤੇ 1000 ਵਿਕੀ ਹੈ, ਕਿਤੇ ਬਹੁਤ ਹੀ ਚੰਗੇ ਸੁੱਕੀ ਹੈ, ਬਿਲਕੁਲ ਸੁੱਕੀ ਹੈ, 1100 ਦੀ ਵਿਕ ਗਈ। ਮੈਂ ਤੁਸੀਂ ਜੀਰੀ ਬੀਜਦੇ, ਕਹਿੰਦੇ ਕਿਉਂ ਅਸੀਂ ਕਮਲੇ ਹਾਂ ਕੋਈ। ਪੰਜਾਬ ਵਾਲਿਆਂ ਤਾਂ ਬਿਜਲੀ ਕਰਤੀ ਮੁਫਤ। ਪਹਿਲੀ ਵੱਡੀ ਮੂਰਖਤਾ ਸਰਕਾਰ ਨੇ ਇਹ ਕੀਤੀ ਵੀ ਕਿਸਾਨਾਂ ਲਈ ਬਿਜਲੀ ਕਰਤੀ ਮੁਫਤ। ਉਹ ਨਤੀਜਾ ਕੀ ਨਿਕਲਿਆ, ਇਹਨਾਂ ਨੇ ਜਿਉਂ ਫਿਰ ਜੇ ਟਿੱਬੇ ਵਾਹ ਕੇ ਵੀ ਉੱਥੇ ਜੀਰੀ ਲਾਉਣੀ ਸ਼ੁਰੂ ਕਰਤੀ ਕਿ ਕਿਹੜਾ ਬਿਜਲੀ ਦਾ ਬਿੱਲ ਆਉਣਾ, ਕਿਹੜਾ ਬਿਜਲੀ ਦਾ ਬਿੱਲ ਆਉਣਾ। ਮੈਨੂੰ ਯਾਦ ਹੈ ਜਦੋਂ ਮੈਂ ਘਰ 1986 'ਚ ਪਾਇਆ, ਮੇਰੇ ਨਲਕਾ ਲੱਗਾ ਸੀ 40 ਫੁੱਟ 'ਤੇ। ਇਹ ਪੰਜਾਬ ਦੀ ਜੀਰੀ ਦਾ ਦੇਖੋ, ਮੈਂ ਦੱਸਦਾ ਕੀ ਨਤੀਜਾ ਨਿਕਲਿਆ। ਬਿਜਲੀ ਮੁਫਤ ਦੇਣ ਕਾਰਨ ਕਿਸਾਨਾਂ ਨੇ ਧੜਾ ਧੜ ਜੀਰੀ ਲਾਉਣੀ ਸ਼ੁਰੂ ਕਰ ਦਿੱਤੀ, ਧਰਤੀ ਦਾ ਪਾਣੀ ਕੱਢਣਾ ਸ਼ੁਰੂ ਕਰਤਾ। ਕੁਝ ਸਾਲਾਂ ਬਾਅਦ ਪਾਣੀ 70 ਫੁੱਟ ਡੂੰਘਾ ਹੋ ਗਿਆ। ਮੇਰੇ ਨਲਕੇ ਨੇ ਪਾਣੀ ਨਹੀਂ ਚੱਕਿਆ, ਮੈਨੂੰ ਜੈਟ ਪੰਪ ਲਾਉਣਾ ਪਿਆ। ਫਿਰ ਪਾਣੀ ਜਿਹੜਾ 110 ਫੁੱਟ ਡੂੰਘਾ ਹੋ ਗਿਆ, ਜੈਟ ਪੰਪ ਵੀ ਚੱਕਣੋਂ ਹਟ ਗਿਆ, ਮੈਨੂੰ ਸਬਮਰਸੀਬਲ ਲਾਉਣਾ ਪਿਆ। ਪਾਣੀ ਮੁੱਕ ਰਿਹਾ ਇੱਥੋਂ। ਮੈਂ ਦਾਅਵੇ ਨਾ ਕਰਨਾ, ਅਗਰ ਬਿਜਲੀ ਮੁਫਤ ਨਾ ਹੁੰਦੀ, ਹਰਿਆਣੇ 'ਚ ਪਾਣੀ ਉੱਚਾ ਹੈ ਪੰਜਾਬ ਨਾਲੋਂ, ਉੱਥੇ ਬਿਜਲੀ ਮੁਫਤ ਨਹੀਂ ਕਿਸਾਨਾਂ ਨੂੰ। ਹੋਰ ਕਿਸੇ ਸਟੇਟ 'ਚ ਕਿਸਾਨਾਂ ਨੂੰ ਬਿਜਲੀ ਮੁਫਤ ਨਹੀਂ ਹੈ, ਉੱਥੇ ਸਾਰਾ ਬਿੱਲ ਭਰਦੇ ਨੇ। ਮੈਂ ਹਰਿਆਣੇ ਦਾ ਰਹਿਣ ਵਾਲਾ ਹਾਂ ਤਾਂ ਮੈਨੂੰ ਪਤਾ, ਉੱਥੇ ਸਾਰੇ ਬਿੱਲ ਭਰਦੇ ਨੇ। ਇੱਥੇ ਬਿਜਲੀ ਮੁਫਤ ਮਿਲਣ ਕਰਕੇ ਧੜਾ ਧੜ ਜੀਰੀ ਲਾਤੀ, ਸਾਰਾ ਪਾਣੀ ਹੀ ਧਰਤੀ ਦੇ ਹੇਠੋਂ ਮੁਕਾ ਦਿੱਤਾ ਹੈ। ਹੁਣ ਆਦਤ ਪੈ ਗਈ ਹੈ ਜੀਰੀ ਤੇ ਕਣਕ ਬੀਜਣ ਦੀ। ਕਿਉਂ? ਸਰਕਾਰ ਨੇ ਖਰੀਦਣੀ ਸ਼ੁਰੂ, ਉਦੋਂ ਸਰਕਾਰ ਨੂੰ ਸੀ ਲੋੜ, ਅਤੇ ਉਹਨਾਂ ਨੂੰ ਪਤਾ ਸੀ ਵੀ ਧਰਤੀ ਜਿਹੜੀ ਚੱਜ ਦੀ ਹੈ ਇਹ ਹਰਿਆਣੇ ਅਤੇ ਪੰਜਾਬ ਕੋਲ ਹੀ ਹੈ। ਉਹਨਾਂ ਨੇ ਖਰੀਦਣੀ ਸ਼ੁਰੂ ਕਰਤੀ ਸੈਂਟਰ ਨੇ, ਇਹਨਾਂ ਨੇ ਧੜਾ ਧੜ ਬੀਜਣੀ ਸ਼ੁਰੂ ਕਰਤੀ। ਹੁਣ ਉਹ ਕਹਿੰਦੇ ਸਾਡੇ ਗੋਦਾਮ ਭਰ ਗਏ ਨੇ, ਸਾਡੇ ਰੱਖਣ ਨੂੰ ਥਾਂ ਹੀ ਨਹੀਂ, ਅਸੀਂ ਨਹੀਂ ਤੁਹਾਡੀ ਖਰੀਦਦੇ, ਵਪਾਰੀ ਖਰੀਦਣ ਨਾ ਖਰੀਦਣ। ਆਹ ਰੌਲਾ ਪੈ ਗਿਆ। ਅਤੇ ਹੁਣ ਉਹਨੇ ਉਲਟਾ ਕਰਤਾ ਬਈ ਜਿਹੜਾ ਪਰਾਲੀ ਸਾੜੂਗਾ 5 ਸਾਲ ਦੀ ਕੈਦ ਜਾਂ 1 ਕਰੋੜ ਰੁਪਏ ਜੁਰਮਾਨਾ। ਹੋਰ ਅਜੇ ਰੌਲਾ ਪਊਗਾ। ਹੁਣ ਆਪੇ ਇਹਨਾਂ ਨੂੰ ਹੱਲ ਲੱਭਣਾ ਪੈਣਾ ਕਿਸਾਨਾਂ ਨੂੰ। ਨਹੀਂ ਅਗਲੇ ਫੜ ਕੇ ਅੰਦਰ ਕਰੀ ਜਾਣਾ। ਅਗਲੇ ਸਾਲ ਤੋਂ ਕੋਈ ਪਰਾਲੀ ਨਹੀਂ ਸਾੜੇਗਾ, ਦੇਖ ਲਿਓ ਤੁਸੀਂ। ਜਦੋਂ 50-60 ਫੜ ਕੇ ਅੰਦਰ ਕੀਤੇ ਨਾ, ਕਿਸੇ ਨੇ ਨਹੀਂ ਸਾੜਨੀ। ਆ ਧੂੰਆਂ ਤਾਂ ਇੰਝ ਸਭ ਖਤਮ ਹੋ ਜਾਏਗਾ। ਔਖਾ ਤਾਂ ਹੋਊ 1-2 ਸਾਲ, ਫਿਰ ਆਪੇ ਠੀਕ ਹੋ ਜਾਏਗਾ, ਫਿਰ ਆਪੇ ਠੀਕ ਹੋ ਜਾਏਗਾ। ਆਪੇ ਲੱਭਦੇ ਫਿਰ। ਲੋੜ ਕਾਢ ਦੀ ਮਾਂ ਹੈ, ਨੈਸੈਸਿਟੀ ਇਜ਼ ਦੀ ਮਦਰ ਆਫ ਇਨਵੈਂਸ਼ਨ। ਹੁਣ ਪਤਾ ਲੱਗਿਆ ਜੇ ਪਰਾਲੀ ਸਾੜੀ ਫੜ ਕੇ ਅੰਦਰ ਕਰ ਦੇਣਾ 5 ਸਾਲਾਂ ਨੇ ਜਾਂ ਕਰੋੜ ਜੁਰਮਾਨਾ, ਕੌਣ ਭਰੇਗਾ? ਆਪੇ ਹੱਲ ਲੱਭਣਗੇ ਵੀ ਹਾਂ ਸਾੜਨੀ ਨਹੀਂ, ਹੋਰ ਲੱਭੋ ਕੋਈ ਹੱਲ। ਲੱਭ ਜਾਏਗਾ ਹੱਲ, ਹਰ ਇੱਕ ਚੀਜ਼ ਦਾ ਹੁੰਦਾ, ਲੱਭ ਜਾਏਗਾ। ਇਹ ਤਾਂ ਆਹੀ ਸਾਲ ਖਰੀਦਣਾ, ਜਿੰਨਾ ਮਰਜ਼ੀ ਕਿਸਾਨ ਰੌਲਾ ਪਾ ਪੂ ਲੈਣ, ਦੇਖ ਲਿਓ ਸਰਕਾਰ ਨੇ ਕੋਈ ਨਹੀਂ ਅਗਲੇ ਸਾਲ ਇਹਨਾਂ ਦੀ ਜੀਰੀ ਕਣਕ ਖਰੀਦਣੀ। ਬਿਜਲੀ ਬੀਜੋ, ਨਹੀਂ ਬਿਜਲੀ ਨਾ ਬੀਜੋ। ਮੈਂ ਭਵਿੱਖਬਾਣੀ ਕਰ ਰਿਹਾ, ਕੋਈ ਮੰਨੋ ਨਾ ਮੰਨੋ। ਇਸ ਲਈ ਕਬੀਰ ਸਾਹਿਬ ਕਹਿੰਦੇ ਮੈਂ ਇੱਕ ਬੜੀ ਅਚੰਭੇ ਵਾਲੀ ਚੀਜ਼ ਦੇਖੀ। ਹੀਰਾ ਹਾਟ ਵਿਕਾ, ਹੱਟੀ ਤੇ ਹੀਰਾ ਵਿਕ ਰਿਹਾ ਹੈ। ਬਣਜਨ ਹਾਰੇ ਬਹਰਾ, ਖਰੀਦਣ ਵਾਲੇ ਕੋਈ ਨਹੀਂ, ਖਰੀਦਣ ਵਾਲਾ ਹੀ ਕੋਈ ਨਹੀਂ। ਬਹਰਾ ਮੈਨੇ ਬਿਨਾਂ ਖਰੀਦਦਾਰ ਦੇ ਕੌਡੀ ਬਦਲਿਆ ਜਾਏ। ਹੀਰਾ ਕੌਡੀ ਦਾ ਵਿਕ ਰਿਹਾ ਹੈ, ਜਿਹੜਾ ਕਿ ਲੱਖਾਂ ਰੁਪਈਏ ਦਾ ਸੀ, ਕੌਡੀ ਦਾ ਵਿਕ ਰਿਹਾ। ਕਿਉਂ? ਖਰੀਦਦਾਰ ਹੀ ਕੋਈ ਨਹੀਂ। ਖਰੀਦਦਾਰ ਹੋਵੇਗਾ ਤੇ ਤਾਂ ਕੀਮਤ ਮਿਲੇਗੀ ਨਾ। ਜਦੋਂ ਮੈਂ 11ਵੀਂ 'ਚ ਇਕਨੋਮਿਕਸ ਪੜ੍ਹਨ ਲੱਗਾ ਤਾਂ ਕੁਝ ਗੱਲਾਂ ਮੈਨੂੰ ਬੜੀਆਂ ਪਸੰਦ ਆਈਆਂ। ਉਹ 'ਚ ਇੱਕ ਸੀ ਲੈਸਨ ਡਿਮਾਂਡ ਐਂਡ ਸਪਲਾਈ, ਮੰਗ ਅਤੇ ਪੂਰਤੀ।
ਕਿਸੇ ਚੀਜ਼ ਦੀ ਜਿੰਨੀ ਜ਼ਿਆਦਾ ਮੰਗ ਹੋਵੇਗੀ ਉਹ ਚੀਜ਼ ਉਨੀ ਮਹਿੰਗੀ ਹੋ ਜਾਏਗੀ। ਜਿੰਨੀ ਚੀਜ਼ ਦੀ ਮੰਗ ਘਟ ਜਾਏਗੀ ਉਹ ਚੀਜ਼ ਸਸਤੀ ਹੋ ਜਾਏਗੀ। ਮੰਗ ਵੱਧ ਗਈ ਹੈ, ਚੀਜ਼ ਮਹਿੰਗੀ ਹੋ ਜਾਣੀ ਹੈ। ਮੰਗ ਘਟ ਗਈ ਹੈ, ਚੀਜ਼ ਸਸਤੀ ਹੋ ਜਾਣੀ ਹੈ। 10 ਬੰਦੇ ਖਰੀਦਣ ਆ ਜਾਣ ਹੀਰਾ, ਕੀਮਤ ਵੱਧ ਜਾਏਗੀ, ਖਰੀਦਦਾਰ ਹੀ ਕੋਈ ਨਹੀਂ, ਤੇ ਕੀਮਤ ਕੀ ਪਏਗੀ? ਕੀਮਤ ਕੀ ਪਏਗੀ? ਸੋ ਇਹ ਜਿਹੜਾ ਨਾਮ ਬਾਣੀ ਹੈ ਨਾ, ਇਹ ਹੀਰਾ ਹੈ। ਹੁਣ ਵਪਾਰੀ ਖਰੀਦਣ ਵਾਲਾ ਹੀ ਕੋਈ ਨਹੀਂ, ਗੁਰੂ ਕੀ ਕਰੇ ਵਿਚਾਰਾ। ਹੁਣ ਤਾਂ ਕਹਿਤਾ ਬਾਣੀ ਪੜ੍ਹ ਲਓ, ਨਾਮ ਜਪ ਲਓ, ਤੁਹਾਡੀ ਕਿਸਮਤ ਬਦਲ ਜਾਏਗੀ। ਇਹ ਖਰੀਦਦਾਰ ਹੀ ਕੋਈ ਨਹੀਂ। ਇਹ ਬਾਣੀ ਦਾ, ਨਾਮ ਦਾ ਖਰੀਦਦਾਰ ਹੀ ਕੋਈ ਨਹੀਂ ਹੈਗਾ। ਹਾਲਾਂਕਿ ਬਾਣੀ ਦਾ ਇੱਕ ਇੱਕ ਸ਼ਬਦ ਹੀਰੇ ਦੀ ਨਹੀਂ ਕੀਮਤੀ ਹੈ। ਇੱਕ ਇੱਕ ਸ਼ਬਦ, ਇੱਕ ਇੱਕ ਸ਼ਬਦ ਹੀਰੇ ਦੀ ਨਹੀਂ ਕੀਮਤੀ ਹੈ। ਪਰ ਸਵਾਲ ਤੇ ਖਰੀਦਦਾਰ ਹੀ ਕੋਈ ਨਹੀਂ ਹੈਗਾ। ਖਰੀਦਦਾਰ ਕੋਈ ਬਾਣੀ ਅਨੁਸਾਰ ਜੀਵਨ ਜਿਉਣ ਨੂੰ ਤਿਆਰ ਨਹੀਂ ਹੈ। ਬਾਣੀ ਤਾਂ ਬਥੇਰੀ ਦੁਨੀਆ ਪੜ੍ਹਦੀ ਹੈ, ਬਾਣੀ ਬਥੇਰੀ ਦੁਨੀਆ ਪੜ੍ਹਦੀ ਹੈ, ਪਰ ਬਾਣੀ ਅਨੁਸਾਰ ਜੀਵਨ ਜਿਉਣ ਨੂੰ ਕੋਈ ਵਿਰਲਾ ਟਾਵੇਂ। ਉਹ ਕੋਈ ਵਿਰਲਾ ਟਾਵਾਂ ਤੁਹਾਨੂੰ ਲੱਭੂਗਾ ਵੀ ਇਹਦਾ ਜੀਵਨ ਬਾਣੀ ਅਨੁਸਾਰ ਹੈ। ਬਾਹਰੋਂ ਭਾਵੇਂ ਦਿਸੀ ਜਾਏ, ਬਾਹਰੋਂ ਭਾਵੇਂ ਦਿਸੇ। ਇੱਕ ਕੀਰਤਨ ਨੇ ਬੜਾ ਵਧੀਆ ਕੀਰਤਨ ਕੀਤਾ। 2 ਬੰਦੇ ਕਹਿੰਦੇ ਚੱਲ ਯਾਰ ਉਹਦੇ ਘਰ ਜਾ ਕੇ ਉਹਨੂੰ ਵਧਾਈ ਦੇ ਕੇ ਵੀ ਤੁਸੀਂ ਬਹੁਤ ਵਧੀਆ ਕੀਰਤਨੀ ਹੋ। ਉਹਦੇ ਘਰ ਚਲੇ ਗਏ। ਜਾਂਦਿਆਂ ਨੂੰ ਉਹਨੇ ਕਸ਼ਹਿਰੇ 'ਤੇ ਬਨੈਣ 'ਚ ਬੈਠਾ, ਅੱਗੇ ਬੋਤਲ ਖੋਲ੍ਹੀ ਹੋਈ ਹੈ, ਸ਼ਰਾਬ ਪੀ ਰਿਹਾ। ਉਹ ਬੜੇ ਹੱਕੇ ਬੱਕੇ ਹੋ ਗਏ। ਕਹਿੰਦੇ ਤੁਸੀਂ ਆਹ ਕੀ ਕਰ ਰਹੇ ਹੋ? ਕਹਿੰਦੇ ਕਿਉਂ? ਉੱਥੇ ਤਾਂ ਕਹਿ ਤੁਸੀਂ ਕੀਰਤਨ ਕਰਦੇ ਸੀ, ਸ਼ਰਾਬ ਪੀ ਰਹੇ। ਕਹਿੰਦੇ ਮੇਰੀ ਪਰਸਨਲ ਲਾਈਫ ਹੈ, ਮੈਂ ਆਪਣੀ ਪਰ ਕੁਛ ਵੀ ਕਰਾਂ, ਤੁਹਾਨੂੰ ਇਹ 'ਚ ਕੀ ਇਤਰਾਜ਼ ਹੈ? ਮੈਂ ਤਾਂ ਕੀਰਤਨ ਕਰ ਰਿਹਾ। ਕਹਿੰਦਾ ਅਸੀਂ ਵਧਾਈ ਦੇਣ ਅਸੀਂ ਮੁੜਿਆ ਵੀ ਇਹ ਤਾਂ ਉਂਝੀ ਬਾਹਰੋਂ ਹੋਰ ਨੇ, ਅੰਦਰੋਂ ਕੁਛ ਹੋਰ ਨੇ। ਬਾਣੀ ਪੜ੍ਹਨਾ, ਬਾਣੀ ਗਾਇਨ ਕਰਨਾ, ਬਾਣੀ ਦੀ ਕਥਾ ਕਰਨਾ ਹੋਰ ਗੱਲ ਹੈ। ਬਾਣੀ ਅਨੁਸਾਰ ਜੀਵਨ ਹੋਣਾ ਬਿਲਕੁਲ ਹੋਰ ਗੱਲ ਹੈ। ਜੇ ਬਾਣੀ ਅਨੁਸਾਰ ਜੀਵਨ ਨਹੀਂ ਤਾਂ ਮਤਲਬ ਖਰੀਦਦਾਰ ਹੀ ਕੋਈ ਨਹੀਂ ਹੈਗਾ। ਹੀਰੇ ਦਾ ਖਰੀਦਦਾਰ ਹੀ ਕੋਈ ਨਹੀਂ, ਤਾਂ ਹੀਰੇ ਦੀ ਕੀਮਤ ਕੀ ਪੈਣੀ? ਅਤੇ ਜਿਹੜੇ ਖਰੀਦਦਾਰ ਹੈਗੇ ਉਹ ਫਿਰ ਸੰਤ ਮਹਾਤਮਾ ਬਣ ਜਾਂਦੇ ਨੇ, ਉਹ ਤਾਂ ਬ੍ਰਹਮ ਗਿਆਨੀ ਹੋ ਜਾਂਦੇ ਨੇ। ਜਿਹੜੇ ਬਾਣੀ ਦੇ ਅਨੁਸਾਰ ਜੀਵਨ ਜਿਉਂਦੇ ਨੇ। ਬਾਣੀ ਉਪਦੇਸ਼ ਰੱਟੇ ਲਾਉਣ ਲਈ ਨਹੀਂ ਹੁੰਦਾ। ਉਪਦੇਸ਼ ਪੜ੍ਹਨ ਲਈ ਅਤੇ ਰੱਟੇ ਲਾਉਣ ਲਈ ਨਹੀਂ ਹੁੰਦਾ। ਜਿਵੇਂ ਅਸੀਂ ਟੀਚਰ ਰਹੇ ਹਾਂ 37 ਸਾਲ, ਜੋ ਇਮਤਿਹਾਨ ਨੇੜੇ ਅਸੀਂ ਕਹਿੰਦਾ ਭਾਈ ਜ਼ੋਰ ਲਾ ਕੇ ਪੜ੍ਹੋ, ਇਮਤਿਹਾਨ ਬਿਲਕੁਲ ਨੇੜੇ ਆ ਗਏ ਨੇ, ਲਾਪਰਵਾਹੀਆਂ ਛੱਡੋ, ਵੱਧ ਤੋਂ ਵੱਧ ਪੜ੍ਹੋ। ਹੁਣ ਕੋਈ ਇੱਕ ਬੱਚੇ ਇਸ ਗੱਲ ਨੂੰ ਰੱਟਾ ਲਾ ਲਏ, ਇਮਤਿਹਾਨ ਨੇੜੇ ਆ ਗਏ ਨੇ ਭਾਈ ਵੱਧ ਤੋਂ ਵੱਧ ਪੜ੍ਹੋ, ਪੜ੍ਹੇ ਨਾ, ਉਂਝ ਪੜ੍ਹੇ ਨਾ, ਰੱਟਾ ਲਾ ਰਹੇ, ਉਂਝ ਰੋਜ਼ ਕਹੀ ਜਾਏ ਇਮਤਿਹਾਨ ਨੇੜੇ ਆ ਰਹੇ ਨੇ, ਵੱਧ ਤੋਂ ਵੱਧ ਪੜ੍ਹਾਈ ਕਰੋ, ਇਮਤਿਹਾਨ ਨੇੜੇ ਆ ਰਹੇ ਨੇ, ਵੱਧ ਤੋਂ ਵੱਧ ਪੜ੍ਹਾਈ ਕਰੋ, ਅਤੇ ਪੜ੍ਹਾਈ ਕਰੇ ਹੀ ਨਾ। ਬਾਣੀ ਹੁਣ ਬਾਣੀ ਦੇ ਰੋਜ਼ ਪੜ੍ਹ ਰਿਹਾ ਹੈ, ਜੋ ਬਾਣੀ ਕਹਿੰਦੀ ਹੈ ਉਸ ਤਰ੍ਹਾਂ ਕਰਦਾ ਨਹੀਂ ਹੈਗਾ, ਗੱਲ ਬਣਦੀ ਕੋਈ ਨਹੀਂ। ਜਿੰਨਾ ਚਿਰ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ ਉਹਨਾਂ ਚਿਰ ਸਾਡੀ ਕੋਈ ਗੱਲ ਨਹੀਂ ਬਣਦੀ। ਹਾਂ, ਗੁਰੂ ਦੀ ਗੱਲ ਨੂੰ ਪੜ੍ਹਨਾ ਆਸਾਨ ਹੈ, ਗੁਰੂ ਦੀ ਗੱਲ ਨੂੰ ਗਾਉਣਾ ਵੀ ਆਸਾਨ ਹੈ, ਗੁਰੂ ਦੀ ਗੱਲ ਦੀ ਕਥਾ ਕਰਨੀ ਵੀ ਆਸਾਨ ਹੈ। ਇਹ ਔਖੇ ਕੰਮ ਨਹੀਂ ਹੈਗੇ, ਇਹ ਕੁਝ ਸਮੇਂ ਦੀ ਮਿਹਨਤ ਤੋਂ ਬਾਅਦ ਆ ਜਾਂਦੇ ਨੇ। ਪਰ ਗੁਰਬਾਣੀ ਸਰ ਜਿਹੜਾ ਜੀਵਨ ਜਿਉਣਾ ਇਹ ਸਭ ਤੋਂ ਔਖਾ ਕੰਮ ਹੈ। ਇਹ ਤਾਂ ਅਵਕਟ ਘਾਟੀ ਰਾਮ ਕੀ, ਇਹ ਘਾਟੀ ਬਹੁਤ ਔਖੀ ਹੈ। ਇਸ 'ਤੇ ਕੋਈ ਵਿਰਲਾ ਟਾਵਾਂ ਹੀ ਫਿਰ ਚੜ੍ਹਦਾ ਹੈ। ਤਾਂ ਉਦਾਹਰਨਾਂ ਦਿੰਦੇ ਨੇ ਬਾਣੀ ਹੀਰੇ ਦੀ ਨਹੀਂ ਕੀਮਤੀ ਹੈ, ਪਰ ਵਪਾਰੀ ਕੋਈ ਨਹੀਂ, ਵਪਾਰੀ ਕੋਈ ਨਹੀਂ। ਕਬੀਰ ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ, ਜਹਾਂ ਲੋਭ ਤਹਿ ਕਾਲ ਹੈ, ਜਹਾਂ ਖਿਮਾ ਤਹਿ ਆਪ। ਜਹਾਂ ਦਾ ਛੋਟਾ ਰੂਪ ਹੈ ਜਹ, ਤਹਾਂ ਦਾ ਛੋਟਾ ਰੂਪ ਹੈ ਤਹ।
ਕਬੀਰ ਜਹਾਂ ਗਿਆਨ ਤਹ ਧਰਮ ਹੈ। ਜਿੱਥੇ ਰੱਬੀ ਗਿਆਨ ਹੈ ਅਸਲ 'ਚ ਉੱਥੇ ਧਰਮ ਹੈ। ਦੋ ਪ੍ਰਕਾਰ ਦਾ ਗਿਆਨ ਹੁੰਦਾ, ਇੱਕ ਸੰਸਾਰੀ ਗਿਆਨ ਹੈ। ਤੁਸੀਂ ਸੰਸਾਰੀ ਇਮਤਿਹਾਨ ਪਾਸ ਕਰਨਾ, ਤੁਹਾਨੂੰ ਸੰਸਾਰੀ ਗਿਆਨ ਚਾਹੀਦਾ ਹੈ। ਤੁਸੀਂ ਧਾਰਮਿਕ ਇਮਤਿਹਾਨ ਪਾਸ ਕਰਨਾ, ਫਿਰ ਉਹਨੂੰ ਧਰਮ ਦਾ ਗਿਆਨ ਚਾਹੀਦਾ ਹੈ। ਜਿਹੜਾ ਰੱਬੀ ਗਿਆਨ ਹੈ, ਸੰਸਾਰੀ ਗਿਆਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸੰਸਾਰੀ ਗਿਆਨ ਤਾਂ ਸੋਚ ਰਟਾਈ ਜਾਂਦੇ ਸੀ, ਫਲਾਣੇ ਦੇਸ਼ ਦਾ ਰਾਸ਼ਟਰਪਤੀ ਦਾ ਆਹ ਨਾਮ ਹੈ, ਫਲਾਣੇ ਦਾ ਪ੍ਰਧਾਨ ਮੰਤਰੀ ਦਾ ਆਹ ਨਾਮ ਹੈ, ਸਾਡੇ ਦੇਸ਼ ਦੀਆਂ ਇੰਨੀਆਂ ਸਟੇਟਾਂ ਨੇ ਜੀ, ਹਾਂ ਜੀ ਫਲਾਣਾ ਜੀ ਪ੍ਰਧਾਨ ਮੰਤਰੀ ਸਾਡੇ ਦੇਸ਼ ਦਾ, ਫਲਾਣਾ ਰਾਸ਼ਟਰਪਤੀ ਹੈ, ਫਲਾਣਾ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਜੀ, ਗਵਰਨਰ ਕੌਣ ਹੈ ਜੀ, ਇਹੋ ਜਿਹੇ ਰਟੇ ਲਾਈ ਜਾਣ। ਇਹ ਤਾਂ ਸੰਸਾਰੀ ਗਿਆਨ ਹੈ। ਜਹਾਂ ਗਿਆਨ ਤਹ ਧਰਮ ਹੈ। ਜਿੱਥੇ ਰੱਬੀ ਗਿਆਨ ਹੈ ਅਸਲ ਧਰਮ ਉੱਥੇ ਹੈ। ਜਹਾਂ ਝੂਠ ਤਹ ਪਾਪ, ਜਿੱਥੇ ਝੂਠ ਹੈ ਉੱਥੇ ਪਾਪ ਹੈ। ਕਿਉਂਕਿ ਜਿਹੜਾ ਬੰਦਾ ਝੂਠ ਬੋਲ ਰਿਹਾ ਇਹਦਾ ਮਤਲਬ ਉਹਨੇ ਕੋਈ ਪਾਪ ਕੀਤਾ ਹੋਇਆ, ਉਹ ਤਾਂ ਝੂਠ ਬੋਲ ਰਿਹਾ। ਜੇ ਝੂਠ ਬੋਲਣ ਦੀ ਲੋੜ ਹੀ ਨਹੀਂ। ਮੰਨ ਲਓ ਮੈਂ ਕਤਲ ਕੀਤਾ, ਪਾਪ ਕਰਤਾ। ਜੱਜ ਮੈਨੂੰ ਕਹਿੰਦਾ ਕਤਲ ਕੀਤਾ, ਨਾ ਜੀ ਮੈਂ ਤਾਂ ਨਹੀਂ ਕੀਤਾ, ਝੂਠ ਬੋਲ ਰਿਹਾ। ਜਿੱਥੇ ਝੂਠ ਹੋਏਗਾ ਉੱਥੇ ਪਾਪ ਹੋਏਗਾ। ਫਿਰ ਝੂਠੇ ਬੰਦੇ ਨੂੰ ਵਕੀਲਾਂ ਦੀ ਲੋੜ ਹੈ, ਸੱਚੇ ਨੂੰ ਕਿਸੇ ਵਕੀਲ ਦੀ ਲੋੜ ਨਹੀਂ। ਪਰ ਹੈਰਾਨੀ ਦੀ ਗੱਲ ਹੈ ਕਿ ਇੱਕ ਵਾਰ ਮੈਂ ਬੜੇ ਸਾਲਾਂ ਦੀ ਗੱਲ ਹੈ, ਮੇਰੇ ਭਰਾ ਦਾ ਸਟੂਡੈਂਟ ਲੱਗ ਗਿਆ ਕਰਨਾਲ ਦਾ ਜੱਜ। ਉਹ ਕਹਿੰਦਾ, ਮੈਂ ਹੁਣ ਬ੍ਰਦਰ ਨੂੰ ਕਿਹਾ ਵੀ ਆਪਾਂ ਇੱਕ ਵਾਰੀ ਵੇਖੀਏ ਵੀ ਕਿਵੇਂ ਇਹ ਅੰਦਰ ਬਹਿਸਾਂ ਕਰਦੇ ਨੇ। ਬ੍ਰਦਰ ਨੇ ਉਹਨੂੰ ਕਿਹਾ, ਕਹਿੰਦੇ ਕੋਈ ਨਹੀਂ ਤੁਸੀਂ ਫਲਾਣੇ ਦਿਨ ਆ ਜਾਓ ਜੀ। ਇੱਕ ਗਰੀਬ ਬੰਦਾ ਵਿਚਾਰਾ ਵਕੀਲ ਨਹੀਂ ਲੈ ਕੇ ਆਇਆ। ਜੱਜ ਕਹਿੰਦਾ ਭਾਈ ਤੇਰਾ ਵਕੀਲ ਕਿੱਥੇ ਹੈ? ਕਹਿੰਦਾ ਜੀ ਮੈਂ ਗਰੀਬ ਹਾਂ, ਮੈਂ ਵਕੀਲ ਨਹੀਂ ਕਰਦਾ, ਤੁਸੀਂ ਜੋ ਪੁੱਛਣਾ ਪੁੱਛ ਲਓ, ਤੁਸੀਂ ਜੋ ਪੁੱਛਣਾ ਪੁੱਛ ਲਓ। ਨਹੀਂ ਭਾਈ ਕੋਈ ਵਕੀਲ ਤਾਂ ਚਾਹੀਦਾ। ਦੇਖੋ ਉਹ ਕਹਿੰਦਾ ਜੀ ਮੈਂ ਗਰੀਬ ਆਦਮੀ ਹਾਂ, ਮੈਂ ਵਕੀਲ ਨਹੀਂ ਕਰਦਾ, ਤੁਸੀਂ ਜੋ ਪੁੱਛਣਾ ਪੁੱਛ ਲਓ। ਉਹ ਭਾਈ ਕੋਈ ਟੁੱਟਿਆ ਫੁੱਟਿਆ ਵਕੀਲ ਲੈ ਆ। ਉਹ ਕਹਿੰਦਾ ਜੀ ਮੇਰੇ ਕੋਲ ਪੈਸੇ ਨਹੀਂ ਹੈ, ਤੁਸੀਂ ਜੋ ਪੁੱਛਣਾ ਪੁੱਛ ਲਓ। ਅਤੇ ਅਗਲੀ ਤਰੀਕ ਪਾਤੀ, ਕੋਈ ਨਾ ਕੋਈ ਵਕੀਲ ਲੈ ਕੇ ਆਵੀਂ। ਦੱਸ ਐਵੇਂ ਗਧੀ ਗੇੜ 'ਚ ਪਾਉਣਾ ਲੋਕਾਂ ਨੂੰ ਵੀ ਟਾਈਮ ਲੱਗੀ ਜਾਵੇ ਫੈਸਲੇ। ਵੀ ਤੂੰ ਪੁੱਛਣਾ ਪੁੱਛ ਲਾ, ਜੋ ਪੁੱਛਣਾ ਪੁੱਛ ਲਓ ਜੀ। ਉਹ 5 ਮਿੰਟਾਂ 'ਚ ਫੈਸਲਾ ਹੋ ਜਾਣਾ ਸੀ। ਜਿਹੜਾ ਬੰਦਾ ਕਹੇ ਤੂੰ ਜੋ ਪੁੱਛਣਾ ਪੁੱਛ ਲਓ ਜੀ, ਵਕੀਲ ਨੇ ਤਾਂ ਆ ਕੇ ਝੂਠ ਸਿਖਾਉਣਾ। ਉਹਨਾਂ ਦਾ ਕੰਮ ਹੈ ਝੂਠ ਸਿਖਾਉਣਾ। ਰੱਟਾ ਲਵਾਉਂਦੇ ਨੇ, ਉਹ ਝੂਠ ਕਈ ਵਾਰੀ ਭੁੱਲ ਜਾਂਦਾ ਉੱਥੇ। ਰੱਟਾ ਸੱਚ ਦਾ ਸੱਚ ਕੀ ਭੁੱਲਣਾ ਕਿਸੇ ਨੇ। ਹੁਣ ਵਕੀਲ ਮੈਂ ਕਤਲ ਕਰਤਾ, ਮੈਂ ਕਹਿੰਦਾ ਹਾਂ ਜੀ ਕੀਤਾ। ਜੱਜ ਮੈਨੂੰ ਅੱਗੇ ਪੁੱਛੇਗਾ ਕਿਉਂ ਕੀਤਾ, ਮੈਂ ਫਿਰ ਕਾਰਨ ਦੱਸਾਂਗਾ। ਪਰ ਜਿਹੜਾ ਜੇ ਮੈਂ ਵਕੀਲ ਕਰ ਲਾਂਗਾ ਉਹ ਮੈਨੂੰ ਰੱਟੇ ਲਵਾਏਗਾ। ਉਹ ਕਹੇਗਾ ਹਾਂ ਮੈਂ ਤੈਨੂੰ ਬਰੀ ਕਰਾ ਦਾਂਗਾ। ਦੇਖੋ ਜਿਹਦਾ ਕਤਲ ਹੋ ਗਿਆ, ਜਿਹਨਾਂ ਦਾ ਕਤਲ ਹੋ ਗਿਆ ਉਹਨੇ ਵਕੀਲ ਕੀਤਾ, ਜਿਹਨੇ ਕਤਲ ਕੀਤਾ ਉਹਨੇ ਵਕੀਲ ਕੀਤਾ। ਉਹਦਾ ਵਕੀਲ ਕਹੂਗਾ ਮੈਂ ਤੈਨੂੰ ਬਰੀ ਕਰਾ ਦੂੰਗਾ, ਉਹਦਾ ਵਕੀਲ ਕਹੂਗਾ ਮੈਂ ਇਹਨੂੰ ਸਜ਼ਾ ਦਿਲਾਵਾਂਗਾ। ਕੰਮ ਤੇ ਇੱਕ ਦੇ ਹੀ ਹੋਣਾ ਨੇ ਵਕੀਲ ਦਾ। ਪੈਸੇ ਦੋਨਾਂ ਲੈ ਲਏ, ਪੈਸੇ ਦੋਨਾਂ ਲੈ ਲਏ। ਉਹਨੇ ਉਹਦੇ ਤੋਂ ਲੈ ਲਏ, ਉਹਨੇ ਤੋਂ ਲੈ ਲਏ। ਜਿਹੜਾ ਹਾਰ ਗਿਆ ਹਾਰ ਗਿਆ। ਮੈਂ ਤਾਂ ਭਾਈ ਬਹੁਤ ਜ਼ੋਰ ਲਾਇਆ, ਜੱਜ ਨਹੀਂ ਮੰਨਿਆ। ਐਂ ਉਲਝਾਈ ਰੱਖਦੇ ਲੋਕਾਂ ਨੂੰ। ਗੁਰੂ ਮਹਾਰਾਜ ਕਹਿੰਦੇ, ਕਬੀਰ ਸਾਹਿਬ ਕਹਿੰਦੇ ਜਿੱਥੇ ਝੂਠ ਹੈ ਉੱਥੇ ਪਾਪ ਹੈ। ਇਹ 'ਚ ਕੋਈ ਸ਼ੱਕ ਨਹੀਂ। ਪਾਪੀ ਬੰਦੇ ਨੂੰ ਝੂਠ ਬੋਲਣਾ ਹੀ ਬੋਲਣਾ ਪੈਂਦਾ। ਜਹਾਂ ਲੋਭ ਤਹ ਕਾਲ ਹੈ। ਜਿੱਥੇ ਲਾਲਚ ਹੈ ਉੱਥੇ ਮੌਤ ਹੈ। ਮੱਛੀ ਨੂੰ ਜੇ ਫੜਨਾ ਹੁੰਦਾ, ਉਹ ਕੁੰਡੀ ਦੇ ਉੱਤੇ ਜੋ ਮੱਛੀ ਖਾਂਦੀ ਨਾ ਉਹ ਲਾਉਂਦੇ ਨੇ। ਉਹ ਚੱਕ ਮਾਰਦੀ ਹੈ, ਕੁੰਡੀ ਫਸ ਜਾਂਦੀ ਦੇ ਗਲੇ 'ਚ। ਉਹ ਮਛੇਰਾ ਬਾਹਰ ਖਿੱਚ ਲੈਂਦਾ, ਉਹਨੂੰ ਬਾਹਰ ਪਾਣੀ ਤੋਂ ਬਾਹਰ ਰੱਖਦਾ, ਮਰ ਜਾਂਦੀ ਤੜ ਹੋ ਕੇ। ਲਾਲਚ 'ਚ ਆ ਗਈ ਨਾ। ਆਹ ਬਾਂਦਰਾਂ ਨੂੰ ਮੈਂ ਫੜਦੇ ਵੇਖਿਆ, ਕੁੱਜਾ ਲੈਂਦੇ ਨੇ,
ਧਰਤੀ 'ਚ ਗੱਡ ਦਿੰਦੇ ਤਾਂ ਜੋ ਛੇਤੀ ਪੱਟ ਨਾ ਹੋਵੇ। ਉਹ 'ਚ ਭੁੱਜੇ ਹੋਏ ਦਾਣੇ ਪਾਉਂਦੇ। ਬਾਂਦਰ ਭੁੱਜੇ ਦਾਣਿਆਂ ਦਾ ਸ਼ੌਕੀਨ ਹੈ। ਉਹ ਸੁਗੰਧੀ ਕਰਕੇ ਨਾ ਆਪਣਾ ਪੰਜਾ ਉਸ 'ਚ ਪਾਉਂਦਾ। ਪੰਜਾ ਪੈ ਗਿਆ, ਉਹਨੇ ਮੁੱਠੀ ਭਰ ਲਈ ਦਾਣਿਆਂ ਦੀ। ਹੁਣ ਉਹ ਮੁੱਠੀ ਬਾਹਰ ਨਹੀਂ ਨਿਕਲਦੀ, ਕੁੱਜੇ ਦਾ ਮੂੰਹ ਸੌੜਾ। ਲਾਲਚ ਵਿੱਚ ਆ ਕੇ ਦਾਣੇ ਨਹੀਂ ਛੱਡਦਾ ਵੀ ਨਹੀਂ ਹੱਥ ਨਿਕਲਿਆ ਤੂੰ ਦਾਣੇ ਸੁੱਟ ਦੇ ਵਿੱਚ ਤੇ ਹੱਥ ਨਿਕਲੇਗਾ। ਹਾਂਜੀ, ਉਹ ਲਾਲਚ 'ਚ ਆ ਕੇ ਦਾਣੇ ਸੁੱਟਦਾ ਨਹੀਂ, ਹੱਥ ਉਹਦਾ ਬਾਹਰ ਨਿਕਲਦਾ ਨਹੀਂ। ਇੰਨੇ 'ਚ ਇਹਨੂੰ ਬਾਂਦਰ ਨੂੰ ਫੜਨ ਵਾਲਾ ਆ ਜਾਂਦਾ। ਉਹ 'ਚ ਗਲ 'ਚ ਰੱਸੀ ਪਾ ਕੇ ਸਾਰੀ ਉਮਰ ਨਚਾਉਂਦਾ ਰਹਿੰਦਾ ਉਹਨੂੰ। ਅਜੀ ਆਓ ਜੀ ਬਾਂਦਰੀ ਦਾ ਤਮਾਸ਼ਾ ਵੇਖੋ ਜੀ, ਉਹ ਗੁਲਾਮ ਹੋ ਗਈ। ਇਹ ਲਾਲਚ ਹੈ। ਲਾਲਚ ਮਨੁੱਖ ਨੂੰ ਗੁਲਾਮ ਕਰਦਾ ਹਮੇਸ਼ਾ। ਉੱਥੇ ਫਿਰ ਮੌਤ ਵੀ ਹੈ। ਆ ਰਿਸ਼ਵਤ ਲੈਂਦੇ ਨੇ, ਲਾਲਚ ਹੀ ਹੈ ਨਾ। ਫਿਰ ਫੜੇ ਜਾਂਦੇ ਨੇ, ਕਦੇ ਨਾ ਕਦੇ ਫੜੇ ਜਾਂਦੇ। ਫਿਰ ਅਖਬਾਰ 'ਚ ਫੋਟੋ ਆਉਂਦੀ ਹੁੰਦੀ ਹੈ। ਫਿਰ ਕਾਲੇ ਜਿਹੇ ਕੱਪੜੇ ਨਾਲ ਮੂੰਹ ਢੱਕਿਆ ਹੁੰਦਾ ਵੀ ਪਤਾ ਨਾ ਲੋਕੇ, ਪਰ ਹੇਠਾਂ ਦੇ ਨਾਮ ਛਪ ਗਏ ਨਾ, ਫਲਾਣਾ ਸਿੰਘ ਫੜਿਆ ਗਿਆ ਫਲਾਣੇ ਥਾਂ ਦਾ। ਚਲੋ ਆਮ ਲੋਕਾਂ ਨੂੰ ਤਾਂ ਨਹੀਂ ਪਤਾ ਲੱਗੂਗਾ, ਪਰ ਜਿਹੜੇ ਜਿਹਨੂੰ ਪਤਾ ਹੈ ਉਹ ਦਫ਼ਤਰ ਵਾਲੇ ਪਤਾ ਲੱਗ ਗਿਆ ਹਾਂ ਵੀ ਫੜਿਆ ਗਿਆ। ਫਿਰ ਕਿੰਨੀ ਸ਼ਰਮਿੰਦਗੀ ਹੈ। ਪਹਿਲਾਂ ਪੁਲਿਸ ਕੁੱਟੀ ਜਾਂਦੀ ਹੈ, ਫਿਰ ਜੇ ਉਹਨੇ ਦੇਖਿਆ ਵੀ ਅਜੇ ਇਹਦੇ ਕੋਲ ਪੈਸੇ ਹੈਗੇ, ਉਹਦਾ ਰਿਮਾਂਡ ਲੈ ਲੈਂਦੇ ਨੇ। ਜਦ ਰਿਮਾਂਡ 2-4 ਦੇਖਿਆ ਜਿੰਨੇ ਇਹਦੇ ਕੋਲ ਸਣ ਕਮਾਇਆ ਹਰਾਮ ਦੇ, ਉਹ ਸਾਰੇ ਪੁਲਿਸ ਵਾਲੇ ਲੈ ਲਏ ਵੀ ਹੁਣ ਇਹਦੇ ਕੋਲ ਹੋਰ ਕੁਛ ਨਹੀਂ। ਕਹਿੰਦੇ ਬਸ ਜੀ ਸਾਡਾ ਰਿਮਾਂਡ ਖਤਮ ਹੈ, ਚਲੋ ਜੀ ਹੁਣ ਵਕੀਲ ਕਰੋ ਅਤੇ ਤਰੀਕਾਂ ਭੁਗਤਦੇ ਰਹੋ ਅਤੇ ਕੀ ਬਣੇਗਾ ਅਤੇ ਕੀ ਨਹੀਂ ਬਣੇਗਾ। ਸੋ ਜਿੱਥੇ ਲਾਲਚ ਹੈ ਉੱਥੇ ਮੌਤ ਹੈ। ਜਹਾਂ ਲੋਭ ਤਹ ਕਾਲ ਹੈ। ਜਿੱਥੇ ਲਾਲਚ ਹੈ ਉੱਥੇ ਮੌਤ ਹੈ। ਜਹਾਂ ਖਿਮਾ ਤਹ ਆਪ। ਅਤੇ ਜਿੱਥੇ ਮੁਆਫੀ ਦੇਣ ਦਾ ਗੁਣ ਹੈਗਾ ਉੱਥੇ ਪਰਮਾਤਮਾ ਆਪ ਹੈ। ਹੁਣ ਸਿੱਖ ਨੂੰ ਹੁਕਮ ਹੈ, ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ। ਆਪਾਂ ਕਿਸੇ ਦਾ ਨੁਕਸ ਵੇਖ ਲਿਆ, ਕਿਸੇ ਨੂੰ ਕੋਈ ਗਲਤ ਕੰਮ ਕਰਦੇ ਵੇਖ ਲਿਆ ਹੈ, ਸਿੱਖ ਧਰਮ ਕਹਿੰਦੇ ਤਾਂ ਵੀ ਅਣਡਿੱਠਿਆਂ ਕਰ ਦਿਓ। ਪਰ ਸਾਡੀ ਆਦਤ ਹੈ ਅਸੀਂ ਬਾਣੀ ਅਨੁਸਾਰ ਨਹੀਂ ਕੋਈ ਗਲਣਾ, ਉਹਨੂੰ ਛੱਜ 'ਚ ਪਾ ਕੇ ਛੱਟਣਾ। ਜਦੋਂ ਕਿਤੇ ਨਿੰਦਿਆ ਕਰਨੀ ਤਾਂ ਕਹਿੰਦੇ ਫਲਾਣਾ ਉਹਨੂੰ ਛੱਜ 'ਚ ਪਾ ਕੇ ਛੱਟ ਰਿਹਾ ਹੈ। ਨਹੀਂ ਭੈਣੇ ਤੈਨੂੰ ਪਤਾ ਲੱਗਾ, ਤੈਨੂੰ ਪਤਾ ਲੱਗਾ, ਉਹ ਤੈਨੂੰ ਪਤਾ ਲੱਗਾ, ਦੱਸੀ ਜਾਵਾਂਗੇ। ਇਹ ਨਹੀਂ ਸੋਚਦੇ ਵੀ ਜਿਹੜਾ ਮੈਨੂੰ ਉਹਦਾ ਕੋਈ ਨੁਕਸ ਦੱਸਿਆ ਹੈ ਉਹਦੇ 'ਚ ਉਹ ਹੈ, ਮੇਰੇ 'ਚ ਕੋਈ ਹੋਰ ਹੈ। ਕਿਹੜਾ ਦੁੱਧ ਧੋਤਾ ਹੈ ਜੀ? ਕਿਹੜਾ ਮਾਈ ਦਾ ਲਾ ਕੇ ਗੁਰੂ ਗ੍ਰੰਥ 'ਤੇ ਹੱਥ ਧਰ ਕੇ ਕਹੇਗਾ ਮੇਰੇ 'ਚ ਕੋਈ ਨੁਕਸ ਨਹੀਂ ਹੈ? ਕਿਸੇ 'ਚ ਕੋਈ ਹੈ, ਕਿਸੇ 'ਚ ਕੋਈ ਹੈ। ਚਲੋ ਭਾਈ ਉਹਦਾ ਤੁਹਾਨੂੰ ਦੱਸ ਗਿਆ, ਕਿਉਂ ਐਵੇਂ ਛੱਜ 'ਚ ਪਾ ਕੇ ਛੱਟੀ ਜੇ ਅਗਲੇ ਨੂੰ? ਸਿੱਖ ਨੂੰ ਹੁਕਮ ਹੈ ਦੇਖ ਕੇ ਅਣਡਿੱਠ ਕਰਨਾ ਵੀ ਐਂ ਸ਼ੋਕਰ ਨੇ ਮੈਂ ਤਾਂ ਦੇਖੇ ਹੀ ਨਹੀਂ, ਕਿਉਂਕਿ ਉਹਨੂੰ ਪਤਾ ਵੀ ਮੇਰੇ 'ਚ ਹੋਰ ਨੁਕਸ ਹੈ, ਇਹਦੇ 'ਚ ਹੋਰ ਹੈ। ਬਸ ਨੁਕਸ ਉਹਦੇ 'ਚ ਵੀ ਹੈ, ਮੇਰੇ 'ਚ ਵੀ ਹੈ, ਅਤੇ ਫਿਰ ਕੀ ਲੋੜ ਹੈ ਐਵੇਂ ਛੱਜ 'ਚ ਪਾ ਕੇ ਛੱਟਣ ਦੀ? ਸੋ ਇਸ ਲਈ ਕਬੀਰ ਸਾਹਿਬ ਕਹਿੰਦੇ ਜਹਾਂ ਖਿਮਾ ਹੁੰਦੀ ਮੁਆਫੀ ਦੇ ਦੇਣਾ, ਮਾਫ ਕਰ ਦੇਣਾ। ਜਿਸ ਬੰਦੇ 'ਚ ਖਿਮਾ ਦਾ ਗੁਣ ਹੁੰਦਾ ਤਾਂ ਆਪ ਉੱਥੇ ਰੱਬ ਹੁੰਦਾ ਹੈ। ਸੋ ਮਾਫੀ ਦੇ ਦੇਣੀ ਕਿਸੇ ਨੂੰ ਬੜਾ ਵੱਡਾ ਮਨੁੱਖ ਦਾ ਗੁਣ ਧਰਮ 'ਚ ਗਿਣਿਆ ਗਿਆ ਹੈ। ਜਿੱਥੇ ਰੱਬੀ ਗਿਆਨ ਹੈ ਕਹਿੰਦੇ ਉੱਥੇ ਧਰਮ ਹੈ। ਜਿੱਥੇ ਝੂਠ ਹੈ ਉੱਥੇ ਪਾਪ ਹੈ। ਜਿੱਥੇ ਲੋਭ ਹੈ ਉੱਥੇ ਮੌਤ ਹੈ, ਅਤੇ ਜਿੱਥੇ ਖਿਮਾ ਹੈ ਉੱਥੇ ਪਰਮਾਤਮਾ ਆਪ ਹੈ। ਅਗੇ ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਮਾਨ ਹੰਕਾਰ ਨੂੰ ਕਹਿੰਦੇ ਨੇ। ਇਹਨੂੰ ਬੜਾ ਆਪਣੇ ਆਪ 'ਤੇ ਮਾਣ ਹੈ ਜੀ, ਹੰਕਾਰ ਹੈ। ਕਈ ਲੋਕ ਮਾਇਆ ਛੱਡ ਦਿੰਦੇ ਨੇ, ਮਾਇਆ ਤਿਆਗ ਦਿੰਦੇ ਨੇ। ਅਸੀਂ ਤਿਆਗੀ ਹਾਂ ਜੀ ਅਸੀਂ। ਕਬੀਰ ਮਾਇਆ ਤਜੀ ਤਾਂ ਕਿਆ ਪਿਆ। ਜੇ ਮਾਇਆ ਛੱਡ ਵੀ ਦਿੱਤੀ ਤਾਂ ਕੀ ਹੋ ਗਿਆ? ਜੋ ਮਾਣ ਤਜਿਆ ਨਹੀਂ, ਜੇ ਹੰਕਾਰ ਤਾਂ ਛੱਡਿਆ ਨਹੀਂ। ਜਿੱਥੇ ਹੰਕਾਰ ਹੋਏਗਾ ਉੱਥੇ ਪਰਮਾਤਮਾ ਨਹੀਂ ਹੋਏਗਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਹੰਕਾਰ ਦਾ ਅਤੇ ਨਾਮ ਦਾ ਆਪਸੀ ਵਿਰੋਧ ਹੈ, ਦੋਨੋਂ ਇੱਕੋ ਥਾਂ 'ਤੇ ਨਹੀਂ ਰਹਿ ਸਕਦੇ।
ਜਿੱਥੇ ਹਉਮੈ ਹੈ, ਜਿੱਥੇ ਹੰਕਾਰ ਹੈ, ਉੱਥੇ ਪਰਮਾਤਮਾ ਨਹੀਂ ਹੋ ਸਕਦਾ। ਤਾਂ ਮਾਇਆ ਤਾਂ ਛੱਡਦੀ, ਤਿਆਗਤੀ, ਪਰ ਜਿਹੜਾ ਹੰਕਾਰ ਹੈ ਉਹ ਨਹੀਂ ਛੱਡ ਹੁੰਦਾ, ਉਹ ਨਹੀਂ ਛੱਡ ਹੁੰਦਾ। ਇਸ ਲਈ ਕਬੀਰ ਸਾਹਿਬ ਕਹਿੰਦੇ ਮਾਇਆ ਤਜੀ ਤਾਂ ਕਿਆ ਪਿਆ। ਜੇ ਮਾਇਆ ਛੱਡ ਵੀ ਦਿੱਤੀ ਤਾਂ ਕੀ ਹੋ ਗਿਆ? ਜੋ ਮਾਣ ਤਜਿਆ ਨਹੀਂ ਜਾਏ, ਜੇ ਹੰਕਾਰ ਨਹੀਂ ਛੱਡਿਆ ਤਾਂ ਮਾਇਆ ਛੱਡਦੀ ਤਾਂ ਕਹਿੰਦੇ ਕੀ ਹੋ ਗਿਆ? ਇਹ ਕੋਈ ਵੱਡੀ ਗੱਲ ਨਹੀਂ ਕਹਿੰਦੇ। ਵੱਡੀ ਗੱਲ ਤੇ ਹੰਕਾਰ ਛੱਡਾਂਗੇ ਤਾਂ ਪਰਮਾਤਮਾ ਦਾ ਵਾਸਾ ਹੋਵੇਗਾ। ਮਾਨ ਮੁਨੀ ਮੁਨਵਰ ਗਲੇ, ਇਸ ਹੰਕਾਰ ਨੇ ਰਿਸ਼ੀਆਂ ਮੁਨੀਆਂ, ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਗਾਲ ਦਿੱਤਾ ਹੈ। ਮਾਣ ਸਭੈ ਕੋ ਖਾਏ, ਹੰਕਾਰ ਸਭ ਨੂੰ ਖਾ ਜਾਂਦਾ, ਪਰ ਸਭ ਦਾ ਨਾਸ਼ ਕਰ ਦਿੰਦਾ ਹੈ। ਹੰਕਾਰ ਆਤਮਿਕ ਅਵਸਥਾ ਉੱਚੀ ਹੋਣ ਹੀ ਨਹੀਂ ਦਿੰਦਾ। ਮੰਨ ਲਓ ਤੁਸੀਂ ਸਵੇਰੇ 4 ਵਜੇ ਉੱਠ ਪਏ ਹੋ, ਦੂਜਾ ਕੋਈ 5 ਵਜੇ ਉੱਠਦਾ, ਉਹ ਤੁਸੀਂ ਕਹਿੰਦੇ ਉਹ 4 ਵਜੇ ਉੱਠਿਆ ਕਰੋ, ਉੱਠਦਾ ਨਹੀਂ, ਉੱਠਦਾ ਨਹੀਂ। ਤੁਹਾਨੂੰ ਹੌਲੀ ਹੌਲੀ ਹਉਮੈ ਹੋ ਜਾਂਦੀ ਹੈ, ਲੈ ਮੈਂ 4 ਵਜੇ ਉੱਠਦਾ, ਲੈ ਇਹ 5 ਵਜੇ ਉੱਠਦਾ ਹੈ। ਤੁਹਾਨੂੰ 1 ਘੰਟਾ ਐਡਵਾਂਸ ਉੱਠਣ ਦੀ ਹਉਮੈ ਹੋ ਗਈ। ਹਾਂਜੀ, ਹਉਮੈ ਦੀ ਬਦਨ ਹੰਕਾਰ ਹੀ ਤਾਂ ਛੱਡਣਾ। ਇਸੇ ਤੁਸੀਂ ਨੋਟ ਕਰਿਓ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਭ ਤੋਂ ਬਾਅਦ 'ਚ ਆਇਆ। ਕਾਮ ਛੱਡਣਾ ਆਸਾਨ ਹੈ, ਉਦੋਂ ਔਖਾ ਕ੍ਰੋਧ ਛੱਡਣਾ, ਉਦੋਂ ਔਖਾ ਲੋਭ ਛੱਡਣਾ, ਉਦੋਂ ਔਖਾ ਮੋਹ ਛੱਡਣਾ, ਉਦੋਂ ਔਖਾ ਹੰਕਾਰ ਛੱਡਣਾ। ਹੰਕਾਰ ਛੱਡਣਾ ਸਭ ਤੋਂ ਔਖਾ ਕੰਮ ਹੈ। ਅਤੇ ਜਿੰਨਾ ਚਿਰ ਬੰਦਾ ਹੰਕਾਰ ਨਹੀਂ ਛੱਡਦਾ ਉਹਨਾਂ ਚਿਰ ਨੂੰ ਪਰਮਾਤਮਾ ਨਹੀਂ ਮਿਲਦਾ। ਅਤੇ ਜਿਹਨੇ ਹੰਕਾਰ ਛੱਡਣਾ ਵਾ ਨਾ, ਉਹਨੂੰ ਸੁਖਮਨੀ ਸਾਹਿਬ ਦੀ 6ਵੀਂ ਅਸ਼ਟਪਦੀ ਜ਼ਰੂਰ ਧਿਆਨ ਨਾਲ ਪੜ੍ਹਨੀ ਚਾਹੀਦੀ, ਅਰਥਾਂ ਸਮੇਤ, ਜਿਹਦਾ ਸ਼ਲੋਕ ਹੈ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸੁਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹ ਅਸ਼ਟਪਦੀ ਪੜ੍ਹਿਓ, ਫਿਰ ਤੁਹਾਨੂੰ ਆਪੇ ਸਮਝ ਆ ਜਾਏ ਕਿ ਹੇ ਬੰਦਿਆ, ਜੋ ਕੁਛ ਤੇਰੇ ਕੋਲ ਹੈ ਇਹ ਤਾਂ ਸਾਰਾ ਰੱਬ ਦਾ ਦਿੱਤਾ, ਤੂੰ ਕਦ ਹੰਕਾਰ ਕਰਦਾ? ਤੇਰਾ ਆਪਣਾ ਤਾਂ ਕੁਛ ਹੈ ਹੀ ਨਹੀਂ। ਮੈਂ ਆਪਣੀ ਚੀਜ਼ ਦਾ ਹੰਕਾਰ ਕਰ ਸਕਦਾ, ਕਿਸੇ ਨੇ ਮੈਨੂੰ ਕੋਈ ਚੀਜ਼ ਦਿੱਤੀ ਉਸ 'ਤੇ ਮੈਂ ਕੀ ਹੰਕਾਰ ਕਰ ਸਕਦਾ ਬਈ? ਅਤੇ ਜਦੋਂ ਤੁਸੀਂ ਧਿਆਨ ਨਾਲ ਸਾਰੇ ਅਸ਼ਟਪਦੀ ਪੜ੍ਹੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਡਾ ਤਾਂ ਕੁਛ ਹੈ ਹੀ ਨਹੀਂ। ਸਾਡਾ ਤਾਂ ਸਰੀਰ ਵੀ ਆਪਣਾ ਨਹੀਂ, ਇਹ ਵੀ ਪਰਮਾਤਮਾ ਦਾ ਦਿੱਤਾ ਹੋਇਆ। ਇਹ ਤਾਂ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ, ਅਤੇ ਬੰਦਾ ਉਂਝ ਹੰਕਾਰ ਕਰੇ ਦੂਜਿਆਂ ਦੀ ਚੀਜ਼ਾਂ 'ਤੇ। ਪਰਮਾਤਮਾ ਦੀ ਦਿੱਤੀਆਂ ਚੀਜ਼ਾਂ 'ਤੇ ਬੰਦਾ ਹੰਕਾਰ ਕਰੀ ਜਾਂਦਾ ਹੈ। ਉੱਥੋਂ ਫਿਰ ਪਤਾ ਲੱਗਦਾ ਵੀ ਆਪਣਾ ਤਾਂ ਕੁਛ ਹੈ ਹੀ ਨਹੀਂ, ਇਹ ਤਾਂ ਸਭ ਪਰਮਾਤਮਾ ਦਾ ਦਿੱਤਾ ਹੋਇਆ। ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰਖ ਮਨ ਮਾਹੇ। ਜਿਹਦੀ ਕਿਰਪਾ ਨਾਲ ਤੂੰ 36 ਪ੍ਰਕਾਰ ਦਾ ਭੋਜਨ ਖਾ ਰਿਹਾ ਨਾ, ਉਹਨੂੰ ਕੋਈ ਯਾਦ ਰੱਖ। ਇਹ ਨਹੀਂ ਕਿਹਾ ਤੂੰ ਕਮਾਈ ਕੀਤੀ ਅਤੇ ਆਪਣੇ ਪੈਸੇ 36 ਪ੍ਰਕਾਰ ਦਾ ਭੋਜਨ ਖਾ, ਨਹੀਂ, ਕਹਿੰਦੇ ਉਹਦੀ ਕਿਰਪਾ ਨਾਲ ਖਾ ਰਹੇ, ਕਿ ਉਹਦੀ ਕਿਰਪਾ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇਂ, ਜਿਹਦੀ ਕਿਰਪਾ ਨਾਲ ਤੂੰ ਰੇਸ਼ਮੀ ਕੱਪੜੇ ਪਹਿਨਦਾ ਹੈ, ਬੜੇ ਕੀਮਤੀ ਕੱਪੜੇ ਪਾਉਣ, ਉਹਦੀ ਕਿਰਪਾ ਨਾਲ। ਫਿਰ ਪਤਾ ਲੱਗਦਾ ਵੀ ਉਹ ਆਪਣਾ ਦੀ ਕੁਛ ਵੀ ਨਹੀਂ। ਅਤੇ ਕਿਸੇ ਦੀ ਦਿੱਤੀ ਚੀਜ਼ 'ਤੇ ਹੰਕਾਰ ਕਰਦਾ ਬੰਦਾ ਚੰਗਾ ਨਹੀਂ ਲੱਗਦਾ। ਆਪਣੀ 'ਤੇ ਤਾਂ ਹੰਕਾਰ ਕਰ ਸਕਦਾ ਹੈ, ਅਤੇ ਆਪਣਾ ਤਾਂ ਕੁਛ ਹੈ ਹੀ ਨਹੀਂ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ ਬਈ ਜੇ ਹੰਕਾਰ ਨੇ ਨਾ ਛੱਡਿਆ, ਸਮਝੋ ਕੁਛ ਵੀ ਨਹੀਂ ਛੱਡਿਆ। ਰਿਸ਼ੀਆਂ ਮੁਨੀਆਂ ਨੂੰ ਕਹਿੰਦੇ ਹੰਕਾਰ ਹੀ ਲੈ ਕੇ ਬਹਿ ਗਿਆ ਹੈ, ਇਸ ਲਈ ਉਹਨਾਂ ਦੀ ਆਤਮਕ ਤਰੱਕੀ ਨਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।